श्री वाहेगुरु। सतनाम श्री वाहेगुरु। इक ओंकार सतनाम करता पुरख, निर्भौ निर्वैर अकाल मूरत अजूनी सैभं गुर प्रसाद जप। आद सच जुगाद सच, है भी सच नानक होसी भी सच। गुर नानक तो आदलै दसवें गुर पर्यंत, बारंबार है बंदना धन श्री गुरु ग्रंथ। डंडाउत बंदन अनक वार, सर्व कला समरथ। डोलन ते राखो प्रभु, नानक दे कर हथ। एहो अरदास है भव जल तो कढ लो सतगुरु। एहो अरदास है भव जल तो कढ लो सतगुरु। एहो अरदास है भव जल तो कढ लो सतगुरु। एहो अरदास है भव जल तो कढ लो वाहिगुरु। एहो अरदास है भव जल तो कढ लो सतगुरु। एहो अरदास है भव जल तो कढ लो सतगुरु। एहो अरदास है भव जल तो कढ लो सतगुरु। एहो अरदास है भव जल तो कढ लो सतगुरु। एहो अरदास है भव जल तो कढ लो सतगुरु। एहो अरदास है भव जल तो कढ लो सतगुरु। एहो अरदास है भव जल तो कढ लो सतगुरु। एहो अरदास है भव जल तो कढ लो सतगुरु। धन श्री गुरु ग्रंथ साहिब जी, धन श्री गुरु ग्रंथ साहिब जी। धन श्री गुरु ग्रंथ साहिब जी, धन श्री गुरु ग्रंथ साहिब जी। धन श्री गुरु ग्रंथ साहिब जी, धन श्री गुरु ग्रंथ साहिब जी। साडा मान तान मान आंदा तू ही है। साडा मान तान मान आंदा तू ही है। और कोई नहीं आसरा।
ਸਾਡਾ ਮਾਨ ਤਾਨ ਮਾਣਿਆਂ ਦਾ ਤੂੰ ਹੀ ਹੈ, ਹੋਰ ਕੋਈ ਨਹੀਂ ਓ ਆਸਰਾ। ਸਾਡਾ ਮਾਨ ਤਾਨ ਮਾਣਿਆਂ ਦਾ ਤੂੰ ਹੀ ਹੈ, ਹੋਰ ਕੋਈ ਨਹੀਂ ਓ ਆਸਰਾ। ਸਾਡਾ ਮਾਨ ਤਾਨ ਮਾਣਿਆਂ ਦਾ ਤੂੰ ਹੀ ਹੈ, ਹੋਰ ਕੋਈ ਨਹੀਂ ਓ ਆਸਰਾ। ਸਾਡਾ ਮਾਨ ਤਾਨ ਮਾਣਿਆਂ ਦਾ ਤੂੰ ਹੀ ਹੈ, ਹੋਰ ਕੋਈ ਨਹੀਂ ਓ ਆਸਰਾ। ਸਾਡਾ ਮਾਨ ਤਾਨ ਮਾਣਿਆਂ ਦਾ ਤੂੰ ਹੀ ਹੈ, ਹੋਰ ਕੋਈ ਨਹੀਂ ਓ ਆਸਰਾ। ਜ਼ਿੰਦਗੀ ਦੀ ਦਾਤਾ ਬੇੜੀ ਡੋਲਦੀ, 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 ਜ਼ਿੰਦਗੀ ਬੇੜੀ ਡੋਲਦੀ, ਜ਼ਿੰਦਗੀ ਦੀ ਦਾਤਾ ਬੇੜੀ ਡੋਲਦੀ। ਤੇਰੀ ਮਿਹਰ ਦੇ ਸਹਾਰੇ ਪਾਰ ਲੰਘਣਾ, ਬੇੜਾ ਮੇਰੀ ਜ਼ਿੰਦਗੀ ਦਾ। ਤੇਰੀ ਮਿਹਰ ਦੇ ਸਹਾਰੇ ਪਾਰ ਲੰਘਣਾ, ਬੇੜਾ ਮੇਰੀ ਜ਼ਿੰਦਗੀ ਦਾ। ਤੇਰੀ ਮਿਹਰ ਦੇ ਸਹਾਰੇ ਪਾਰ ਲੰਘਣਾ, ਬੇੜਾ ਮੇਰੀ ਜ਼ਿੰਦਗੀ ਦਾ। ਤੇਰੀ ਮਿਹਰ ਦੇ ਸਹਾਰੇ ਪਾਰ ਲੰਘਣਾ, ਬੇੜਾ ਮੇਰੀ ਜ਼ਿੰਦਗੀ ਦਾ। ਤੇਰੀ ਮਿਹਰ ਦੇ ਸਹਾਰੇ ਪਾਰ ਲੰਘਣਾ, ਬੇੜਾ ਮੇਰੀ ਜ਼ਿੰਦਗੀ ਦਾ। ਤੇਰੀ ਮਿਹਰ ਦੇ ਸਹਾਰੇ ਪਾਰ ਲੰਘਣਾ, ਬੇੜਾ ਮੇਰੀ ਜ਼ਿੰਦਗੀ ਦਾ। ਡੰਡੌਤ ਬੰਧਨ ਅਨਕ ਵਾਰ ਸਰਬ ਕਲਾ ਸਮਰਾਥ, ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਘਰ ਹੱਥ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਵਿੱਚ ਜਿੰਨੀ ਵੀ ਸੰਗਤ ਬੈਠ ਕਰਕੇ ਹਾਜ਼ਰੀ ਭਰ ਰਹੇ ਹੋ, ਆਓ ਸਭ ਤੋਂ ਪਹਿਲਾਂ ਸਤਿਗੁਰੂ ਜੀ ਦੀ ਬਖਸ਼ਿਸ਼ ਦੁਹਰਾਈਏ। ਪਿਆਰ ਸਤਿਕਾਰ ਔਰ ਸ਼ਰਧਾ ਦੇ ਨਾਲ ਸਾਰੀ ਸੰਗਤ ਦੋਵੇਂ ਹੱਥ ਜੋੜ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੀਸ ਝੁਕਾ ਕੇ ਫਤਿਹ ਬੁਲਾਓ। ਜਿੱਥੋਂ ਤੱਕ ਵੀ ਆਵਾਜ਼ ਪਹੁੰਚਦੀ ਹੈ, ਕੋਈ ਵੀ ਰਸਨਾ ਵਾਂਝੀ ਨਾ ਰਵੇ। ਸਭ ਮਾਈ ਭਾਈ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿ ਸਗਲ ਦੁਆਰ ਕੋ ਛਾੜ ਕੈ ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। हे ਮਾਲਕਾ, ਸਾਰੀ ਜ਼ਿੰਦਗੀ ਸੰਸਾਰੀ ਧੰਦਿਆਂ 'ਚ ਲੰਘੀ, ਆਪਣੇ ਸਰੀਰ ਨੂੰ ਸੁੱਖ ਦੇਣ ਵਾਸਤੇ ਬਹੁਤ ਕੁਛ ਕੀਤਾ ਹੈ। ਦਰ ਬਦਰ ਮਿਹਨਤ ਵੀ ਕੀਤੀ, ਕਿਤੋਂ ਸਤਿਕਾਰ ਵੀ ਮਿਲਿਆ ਤੇ ਕਈ ਦਰਾਂ ਤੋਂ ਧੱਕੇ ਵੀ ਮਿਲੇ। ਪਰ ਹੁਣ ਮਹਾਰਾਜ ਤੇਰੇ ਦਰ ਤੇ ਆਏ ਆ, ਬਸ ਸਾਡਾ ਮਾਣ ਰੱਖ ਲਿਓ। ਆਖੋ ਸਤਨਾਮ ਵਾਹਿਗੁਰੂ।
ਦਰ ਦਰ ਦੀਆਂ ਠੋਕਰਾਂ ਖਾ ਕੇ ਮੈਂ ਤੇਰੇ ਦੁਆਰੇ ਆਇਆ ਮਾਲਕਾ, ਦਰ ਦਰ ਕੇ ਤੇਰੇ ਦੁਆਰੇ ਆਇਆ ਮਾਲਕਾ, ਦਰ ਦਰ ਦੀਆਂ ਠੋਕਰਾਂ ਖਾ ਕੇ ਤੇਰੇ ਦੁਆਰੇ ਆਇਆ ਮਾਲਕਾ, ਦਰ ਦਰ ਦੀਆਂ ਠੋਕਰਾਂ ਖਾ ਕੇ ਤੇਰੇ ਦੁਆਰੇ ਆਇਆ ਮਾਲਕਾ, ਦਰ ਦਰ ਦੀਆਂ ਠੋਕਰਾਂ ਖਾ ਕੇ ਤੇਰੇ ਦੁਆਰੇ ਆਇਆ ਮਾਲਕਾ। ਇਹੀ ਅਰਦਾਸ ਸੱਚੇ ਪਾਤਸ਼ਾਹ ਦਰ ਦਰ ਦੀਆਂ ਠੋਕਰਾਂ ਖਾ ਕੇ ਆਪ ਜੀ ਦੇ ਦਰ ਆਏ ਆ, ਸਾਨੂੰ ਸਮਤ ਬਖਸ਼ੋ। ਜਦੋਂ ਵੀ ਭਾਈ ਗੁਰੂ ਦਰ ਤੇ ਆਈਏ ਨਾ, ਇਥੋਂ ਕੁਛ ਨਾ ਕੁਛ ਪੱਲੇ ਬੰਨ ਕੇ ਲਿਜਾਈਦਾ। ਇਹ ਗੁਰੂ ਦਾ ਘਰ ਹੈ, ਖਾਲੀ ਨਹੀਂ ਜਾਈਦਾ ਹੁੰਦਾ। ਤੇ ਪੱਲੇ ਕੀ ਬੰਨਣਾ ਹੈ? ਗੁਣ। ਜਿਹੜੇ ਸਾਡੇ ਵਿੱਚ ਗੁਣ ਨੇ, ਉਹਨਾਂ ਗੁਣਾ ਕਰਕੇ ਸਾਡੀ ਕਦਰ ਪੈਣੀ। ਸੋ ਅੱਜ ਮੇਰਾ ਮਾਲਕ ਖਿਆਲ ਭੇਜ ਰਿਹਾ ਹੈ ਕਿ ਇੱਕ ਔਰਤ ਦੇ ਜੀਵਨ ਬਾਰੇ ਵਿਚਾਰ ਕੀਤੀ ਜਾਵੇ। ਬੀਬੀਆਂ ਬੈਠੀਆਂ, ਮਾਪਿਆਂ ਦੇ ਘਰ ਜਦੋਂ ਬੱਚੀ ਜੰਮਦੀ ਆ ਉਹਨੂੰ ਧੀ ਕਿਹਾ ਜਾਂਦਾ ਹੈ। ਤੇ ਜਿਹੜਾ ਧੀ ਸ਼ਬਦ ਹੈ ਭਾਈ, ਇਹ ਅਕਲ ਸਿਆਣਪ ਤੋਂ ਬਣਿਆ, ਬੁੱਧੀ ਤੋਂ। ਮਾਂ ਪਿਓ ਦੀ ਧੀ ਹੈ, ਭਰਾਵਾਂ ਦੀ ਭੈਣ ਹੈ। ਉਹੀ ਜਦੋਂ ਵਿਆਹੀ ਜਾਂਦੀ ਹੈ ਤੇ ਪਤੀ ਦੀ ਬਣਦੀ ਹੈ ਜਾ ਕੇ ਪਤਨੀ ਗੁਰਮੁਖ। ਜਦੋਂ ਫਿਰ ਬਾਲ ਬੱਚੇ ਹੋ ਜਾਣ ਉਦੋਂ ਬਣਦੀ ਹੈ ਮਾਂ। ਜਿੰਨਾ ਚਿਰ ਕੋਈ ਧੀ ਪੁੱਤ ਪੈਦਾ ਨਹੀਂ ਹੁੰਦਾ, ਉਹਨਾਂ ਚਿਰ ਉਹਨੂੰ ਭੈਣ, ਧੀ, ਮਾਸੀ, ਚਾਚੀ, ਤਾਈ ਕਿਹਾ ਜਾ ਸਕਦਾ ਹੈ, ਮਾਂ ਨਹੀਂ ਗੁਰੂ। ਮਾਂ ਉਦਾਂ ਹੀ ਬਣੂ ਜਿੱਦੇ ਕੋਈ ਧੀ ਪੁੱਤ ਪੈਦਾ ਹੋ ਜਾਏ। ਹੁਣ ਵਿਚਾਰ ਇਹ ਕਰਨੀ ਹੈ, ਕਿੱਦਾਂ ਦਾ ਗੁਣ ਹੋਵੇ, ਕਿਹੋ ਜਿਹਾ ਜੀਵਨ ਹੋਵੇ ਇੱਕ ਔਰਤ ਦਾ ਜਿਹਦੇ ਕਰਕੇ ਸਤਿਕਾਰ ਹੋਵੇ। ਆਪਾਂ ਇਹੀ ਵਿਚਾਰਾਂ ਕਰਨੀਆਂ ਵੀ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ। ਕਈ ਵਾਰੀ ਤਾਂ ਅਸੀਂ ਜਿਹੜੇ ਪ੍ਰਚਾਰਕ ਹੁੰਨੇ ਆ ਨਾ, ਬੋਲਣ ਲੱਗੇ ਬੋਲੀ ਜਾਂਦੇ ਆ, ਸੁਣਨ ਵਾਲੇ ਸੁਣੀ ਜਾਂਦੇ ਆ। ਤੇ ਗੱਲ ਕਈ ਵਾਰੀ ਇਹ ਹੁੰਦੀ ਆ ਵੀ ਉਹ ਕਹਾਵਤ ਹੈ ਨਾ ਵੀ ਅੰਨੀ ਨੂੰ ਬੋਲਾ ਘੜੀਸੀ ਜਾਂਦਾ। ਬੋਲੇ ਨੇ ਬਾਂਹ ਫੜ ਲਈ, ਮਗਰ ਸੀ ਅੰਨੀ ਕੋਈ। ਹੁਣ ਉਹਨੂੰ ਦੀਂਦਾ ਨਹੀਂ, ਖਿੱਚੀ ਤੁਰਿਆ ਜਾਂਦਾ। ਜਿਹਨੂੰ ਦੀਂਦਾ ਹੈ ਉਹ ਰੌਲਾ ਪਾਉਂਦੀ ਹੈ ਵੀ ਇੱਧਰ ਚੱਲਣਾ, ਇੱਧਰ ਬੋਲੇ ਨੂੰ ਸੁਣਦਾ ਨਹੀਂ ਗੁਰੂ। ਉਹ ਹਾਲ ਮੈਨੂੰ ਮਾਫੀ ਦਿਓ, ਖਾਸ ਕਰਕੇ ਆਪਣੇ ਸਿੱਖ ਧਰਮ ਦਾ ਹੋ ਗਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਦੇਖਣਾ ਹੈ ਨਹੀਂ ਵੀ ਗੁਰੂ ਸਾਹਿਬ ਕੀ ਕਹਿੰਦੇ ਆ। ਗੁਰਬਾਣੀ ਦੀ ਕਸਵੱਟੀ ਤੇ ਗੱਲ ਪੂਰੀ ਉਤਰਦੀ ਹੈ ਜਾਂ ਨਹੀਂ। ਜਿਹੜਾ ਉੱਠਦਾ ਹੈ ਬਸ ਘਾਟਾਂ ਹੀ ਕੱਢੀ ਜਾਂਦਾ ਗੁਰੂ। ਜੋਤਾਂ ਤੇ ਕਿੰਤੂ ਪ੍ਰੰਤੂ, ਵਾਹਿਗੁਰੂ ਵਾਹਿਗੁਰੂ ਦੇ ਜਾਪ ਤੇ ਕਿੰਤੂ ਪ੍ਰੰਤੂ। ਇੱਥੋਂ ਤੱਕ ਭੋਗ ਲਵਾਉਣ ਤੇ ਵੀ ਕਿੰਤੂ ਪ੍ਰੰਤੂ ਹੋ ਗਿਆ ਗੁਰੂ। ਨਾਲੇ ਆਪਾਂ ਕਹਿੰਦੇ ਆ ਵੀ ਪ੍ਰਗਟ ਗੁਰਾਂ ਕੀ ਦੇਹ ਹੈ। ਜਦੋਂ ਦੇਹ ਹੈ, ਪ੍ਰਗਟ ਗੁਰਾਂ ਕੀ ਮੰਨਦਾ ਹੈ ਤੇ ਤੇਰੀ ਸ਼ਰਧਾ ਚਾਹੀਦੀ ਹੈ। ਜਦੋਂ ਵੀ ਭੋਜਨ ਪ੍ਰਸ਼ਾਦਾ ਜਾਂ ਕੜਾਹ ਪ੍ਰਸ਼ਾਦ ਤਿਆਰ ਹੁੰਦਾ ਹੈ, ਉਦੋਂ ਕਹਿਣਾ ਵੀ ਸਤਿਗੁਰ ਆਪ ਜੀ ਕੋ ਭੋਗ ਲੱਗੇ। ਸ਼ਰਧਾ ਗੁਰਮੁਖੋ, ਸਤਿਕਾਰ ਹੈ। ਨਾ ਵੀ ਕਰੋਗੇ ਤੇ ਗੁਰੂ ਸਾਹਿਬ ਦਾ ਕਿਹੜਾ ਕੁਛ ਘਟਣ ਲੱਗਿਆ। ਉਹ ਤਾਂ ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ।
ਪਰ ਇਹ ਗੱਲ ਯਾਦ ਰੱਖਿਓ ਵੀ ਆਪਣੇ ਵੱਡਾ ਛੋਟਾ ਕਹਿਣ ਨਾਲ ਤਾਂ ਉਹਨੂੰ ਕੋਈ ਫਰਕ ਨਹੀਂ ਪੈਂਦਾ, ਪਰ ਜਿਹੜਾ ਗੁਰੂ ਸਾਹਿਬ ਦੀ ਵਡਿਆਈ ਕਰਦਾ ਹੈ, ਅਦਬ ਰੱਖਦਾ ਹੈ, ਉਹ ਜ਼ਰੂਰ ਵੱਡਾ ਹੋ ਜਾਂਦਾ ਹੈ। ਤੇ ਗੁਰੂ ਬਾਣੀ ਦੇ ਮੁਤਾਬਕ ਜਿਹੜੀ ਵਿਚਾਰ ਸਤਿਗੁਰ ਨੇ ਅੱਜ ਦਿੱਤੀ ਹੈ, ਗ੍ਰਸਤੀ ਸਿੱਖ ਬੈਠੇ ਹੋ, ਘਰ ਪਰਿਵਾਰ ਨੂੰ ਚਲਾਉਣ ਵਾਸਤੇ ਸਤਿਗੁਰ ਜੀ ਨੇ ਬਚਨ ਕਰਤੇ ਕਿ ਗ੍ਰਸਤ ਧਰਮ ਸਭ ਤੋਂ ਉੱਤਮ ਹੈ। ਜਿਵੇਂ ਨਦੀਆਂ ਨਾਲਿਆਂ ਵਿੱਚੋਂ ਸਮੁੰਦਰ ਵੱਡਾ ਹੈ, ਦਰਖਤ ਤਾਂ ਬਹੁਤ ਨੇ, ਰੁੱਖ ਬਹੁਤ ਨੇ, ਚੰਦਨ ਨੂੰ ਚੰਗਾ ਮੰਨਿਆ, ਉੱਤਮ ਮੰਨਿਆ, ਪੰਛੀ ਤਾਂ ਬਹੁਤ ਉੱਡੇ ਫਿਰਦੇ ਐ, ਪਰ ਹੰਸ ਨੂੰ ਉੱਤਮ ਦਰਜਾ ਮਿਲਿਆ। ਪੱਥਰ ਤਾਂ ਬਥੇਰੇ ਇੱਥੇ ਤੁਰੇ ਫਿਰਦੇ ਆ ਸੜਕਾਂ ਤੇ, ਠੇਡੇ ਮਾਰ-ਮਾਰ ਲੰਘੀਦਾ, ਪਰ ਪੱਥਰ ਆ ਵੀ ਹੈ ਜਿਹੜਾ ਲੱਗਿਆ ਇੱਥੇ ਮੱਥੇ ਟਿਕਦੇ ਆ ਗੁਰੂ ਦਰਬਾਰ 'ਚ। ਹੀਰਾ ਵੀ ਪੱਥਰ ਹੀ ਹੁੰਦਾ ਗੁਰਮੁਖੋ। ਜਦੋਂ ਪੱਥਰ ਸਭ ਤੋਂ ਉਚਾਈ ਨੂੰ ਛੂੰਹਦਾ ਤੇ ਉਹ ਹੀਰਾ ਬਣ ਜਾਂਦਾ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਧਰਮ ਸਭ ਚੰਗੇ ਨੇ, ਪਰ ਸਭ ਤੋਂ ਉੱਤਮ ਧਰਮ ਹੈ ਗ੍ਰਸਤ ਧਰਮ। ਪਰ ਗ੍ਰਸਤ ਧਰਮ ਨੂੰ ਚਲਾਉਣ ਵਾਸਤੇ ਜਿਵੇਂ ਮੋਟਰਸਾਈਕਲ ਹੈ ਜਾਂ ਸਾਈਕਲ ਹੈ, ਉਹਦੇ ਦੋ ਪਹੀਏ ਹੈ ਨਾ, ਜੇ ਇੱਕ ਲਾ ਦੋ ਚੱਲਦਾ ਨਹੀਂ ਹੈ। ਗੱਡੀ ਦੇ ਚਾਰ ਪਹੀਏ ਹੈ, ਜੇ ਇੱਕ ਖਰਾਬ ਹੋ ਜੇ ਤਾਂ ਵੀ ਨਹੀਂ ਚੱਲਦੀ। ਇਸੇ ਤਰ੍ਹਾਂ ਗ੍ਰਸਤ ਧਰਮ ਦੇ ਵੀ ਦੋ ਪਹੀਏ ਹੈ, ਇੱਕ ਮਰਦ ਇੱਕ ਔਰਤ, ਪਤੀ ਪਤਨੀ ਕਹਿ ਲਓ। ਹੁਣ ਜੇ ਆਪਾਂ ਤੁਰਨਾ ਹੋਵੇ, ਆਪਾਂ ਸਾਰੇ ਤੁਰ ਕੇ ਆਉਨੇ ਆ ਨਾ, ਕਦੇ ਸੋਚ ਕੇ ਵੇਖਿਓ ਵੀ ਇੱਕ ਪੈਰ ਜਦੋਂ ਗਾਹਾਂ ਨੂੰ ਕਰੀਦਾ ਹੈ ਤਾਂ ਸਾਰੇ ਸਰੀਰ ਦਾ ਭਾਰ ਕਿਤੇ ਹੁੰਦਾ ਹੈ? ਪਿਛਲੇ ਪੈਰ। ਜੇ ਕਿਤੇ ਉਹ ਤਿਲਕ ਜੇ ਆਪਾਂ ਡਿੱਗ ਪਾਂਗੇ ਭਾਈ। ਜਾਂ ਮੂਰਲਾ ਪੈਰ ਅੱਗੇ ਨਾ ਵਧੇ ਫਿਰ ਗਾਹ ਨਹੀਂ ਵੱਧ ਸਕਦਾ। ਇਸੇ ਤਰ੍ਹਾਂ ਪਤੀ ਪਤਨੀ ਦਾ ਜਿਹੜਾ ਰਿਸ਼ਤਾ ਹੈ ਨਾ ਗੁਰਮੁਖੋ, ਇਹ ਗ੍ਰਸਤ ਧਰਮ ਦੀ ਗੱਡੀ ਦੇ ਦੋ ਪਹੀਏ ਨੇ। ਤਾਂ ਹੀ ਸਿਆਣੇ ਕਹਿੰਦੇ ਆ ਨਾ ਵੀ ਜਦੋਂ ਵੀ ਕੋਈ ਪਰਿਵਾਰ ਅੱਗੇ ਤਰੱਕੀਆਂ ਕਰਦਾ ਹੈ, ਖਾਸ ਕਰਕੇ ਗ੍ਰਸਤੀ ਪਰਿਵਾਰਾਂ ਚੋਂ, ਤਾਂ ਉਹਦੇ ਵਿੱਚ ਕਿਸੇ ਸਿਆਣੀ ਔਰਤ ਦਾ ਯੋਗਦਾਨ ਜ਼ਰੂਰ ਹੁੰਦਾ ਹੈ। ਉਹ ਚਾਹੇ ਮਾਂ ਹੋਵੇ, ਭੈਣ ਹੋਵੇ, ਪਤਨੀ ਹੋਵੇ, ਧੀ ਹੋਵੇ, ਜਾਂ ਕੋਈ ਹੋਰ ਰਿਸ਼ਤਾ ਵੀ ਹੋ ਸਕਦਾ। ਅਗਲਾ ਪੈਰ ਅੱਗੇ ਤਾਂ ਵਧੂ ਜੇ ਪਿਛਲਾ ਪੈਰ ਸਰੀਰ ਦਾ ਭਾਰ ਚੱਕਦਾ। ਗੁਰੂ ਐਵੇਂ ਤੁਰਿਆ ਨਹੀਂ ਜਾਂਦਾ, ਖੜੇ ਰਹਾਂਗੇ ਨਹੀਂ ਤਾਂ। ਜੀਵਨ ਨੂੰ ਅੱਗੇ ਤੋਰਨ ਵਾਸਤੇ ਦੋਨੇ ਪੈਰਾਂ ਦਾ ਇੱਕਸਾਰ ਚੱਲਣਾ ਜ਼ਰੂਰੀ ਹੈ। ਤੇ ਜੀਵਨ ਕਾਲ ਵਿੱਚ ਔਰਤ ਦਾ ਯੋਗਦਾਨ ਬਹੁਤ ਵੱਡਾ ਹੈ ਗੁਰੂ। ਤੇ ਸਿਆਣਿਆਂ ਨੇ ਤਾਂ ਇੱਥੋਂ ਤੱਕ ਕਹਿਤਾ ਕਿ ਔਰਤ ਜੇ ਘਰ ਬੰਨਣਾ ਚਾਹੇ ਤੇ ਬੰਨ ਵੀ ਸਕਦੀ ਹੈ, ਤੇ ਜੇ ਪੱਟਣ ਤੇ ਆ ਜੇ ਸੂਈ ਦੇ ਨੱਕੇ ਨਾਲ ਵੀ ਪੱਟ ਦਿੰਦੀ ਹੈ। ਇਹ ਮੇਰੀ ਵਿਚਾਰ ਨਹੀਂ, ਸਿਆਣਿਆਂ ਦਾ ਕਹਿਣਾ ਹੈ। ਬੰਦਾ ਚਾਹੇ ਕਹਿੰਦੇ ਕਹੀ ਲੈ ਕੇ ਪੱਟੀ ਜਾਵੇ, ਘਰ ਨਹੀਂ ਪੱਟ ਸਕਦਾ ਜੇ ਔਰਤ ਸਿਆਣੀ ਹੋਵੇ। ਤੇ ਜੇ ਔਰਤ ਦਾ ਚਾਲ ਚੱਲਣ ਵਿਗੜ ਜੇ ਫਿਰ ਘਰ ਨੂੰ ਕੋਈ ਬਚਾਉਣ ਵਾਲਾ ਵੀ ਨਹੀਂ ਹੈ। ਆਖੋ ਸਤਨਾਮ। ਆ ਦੇਖਿਆ ਹੀ ਹੈ ਤੁਸੀਂ, ਬਹੁਤ ਇਤਿਹਾਸ ਹੈ। ਚਲੋ ਆਪਾਂ ਘਾਟ ਵਾਲੀ ਗੱਲ ਨਹੀਂ ਕਰਨੀ। ਇਹ ਵੀ ਮੈਂ ਵਿਚਾਰ ਤੁਹਾਡੇ ਨਾਲ ਤਾਂ ਕਰਦਾ ਕਿਉਂਕਿ ਲੋੜ ਹੈ। ਅੱਜ ਪਰਿਵਾਰ ਟੁੱਟ ਰਹੇ ਨੇ, ਧੀਆਂ ਦੀ ਬੇਪਤੀ ਹੋ ਰਹੀ ਹੈ। ਉਹਦੇ ਵਿੱਚ ਗਲਤੀਆਂ ਆਪਣੀਆਂ, ਕਿਉਂਕਿ ਅਸੀਂ ਗੁਰਬਾਣੀ ਮੁਤਾਬਕ ਜੀਵਨ ਢਾਲਿਆ ਨਹੀਂ ਹੈ ਗੁਰੂ। ਤੇ ਕਈ ਵਾਰੀ ਸਾਨੂੰ ਪ੍ਰਚਾਰ ਕਰਨਾ ਵੀ ਔਖਾ ਹੋ ਜਾਂਦਾ ਹੈ, ਕਿਉਂਕਿ ਸਾਡੇ ਤਾਂ ਪ੍ਰੋਗਰਾਮ YouTube ਤੇ ਹੁੰਦੇ ਨੇ, ਦੇਸ਼ਾਂ ਵਿਦੇਸ਼ਾਂ 'ਚ ਸੰਗਤਾਂ ਸੁਣਦੀਆਂ। ਮੈਨੂੰ ਕਈਆਂ ਨੇ ਫੋਨ ਕੀਤਾ ਵੀ ਬਾਬਾ ਜੀ ਔਰਤ ਬਾਰੇ ਤਾਂ ਬਹੁਤ ਬੋਲਦੇ ਹੋ, ਕਦੇ ਮਰਦ ਬਾਰੇ ਵੀ ਬੋਲ ਦਿਆ ਕਰੋ। ਕਹਿੰਦੇ ਤਾਂ ਉਹ ਵੀ ਪਤੀ ਪਰਮੇਸ਼ਰ ਹੁੰਦਾ, ਉਹਨਾਂ ਨੂੰ ਵੀ ਸਮਝਾ ਦਿਆ ਕਰੋ ਵੀ ਪਰਮੇਸ਼ਰ ਬਣ ਕੇ ਰਹਿਣਾ ਕਿਵੇਂ ਹੈ। ਚਲੋ ਉਹ ਵੀ ਵਿਚਾਰ ਕਰਾਂਗੇ। ਪਰ ਅੱਜ ਜਿਹੜਾ ਮਹਾਰਾਜ ਨੇ ਖਿਆਲ ਦਿੱਤਾ ਹੈ ਖਾਸ ਕਰਕੇ ਬੀਬੀਆਂ ਵਾਸਤੇ, ਤੇ ਬੀਬੀਓ ਤੁਸੀਂ ਗੁੱਸਾ ਨਹੀਂ ਕਰਨਾ। ਜਿਹੜੀ ਵਿਚਾਰ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ, ਇਹ ਗੁਣ ਆਪਣੇ 'ਚ ਲੈ ਕੇ ਆਉਣੇ ਆ।
ਜੇ ਚਾਹੁੰਦੇ ਹੋ ਵੀ ਸਾਡੀ ਕਦਰ ਪੈ। ਹੁਣ ਮਹਾਰਾਜ ਸੱਚੇ ਪਾਤਸ਼ਾਹ 32 ਗੁਣ ਦੱਸ ਰਹੇ। ਉਹ 32 ਗੁਣ ਕਿਹੜੇ ਐ ਜਿਹਦੇ ਕਰਕੇ ਇੱਕ ਔਰਤ ਦਾ ਮਾਣ ਤਾਣ ਵਧੇ, ਕਦਰ ਪੈ ਜੇ, ਉਹ ਆਪਾਂ ਸਾਂਝੇ ਕਰਦੇ। ਗੁਰਬਾਣੀ ਵਿੱਚ ਇਹ ਵੀ ਦੱਸਿਆ ਹੈ, ਇਸ ਜਗ ਮੈਂ ਹੈ ਪੁਰਖ ਏਕ ਹੈ, ਹੋਰ ਸਗਲੀ ਨਾਰ ਸੁਭਾਈ। ਕਹਿੰਦੇ ਵੈਸੇ ਤਾਂ ਪਤੀ ਹੈ ਪ੍ਰਮਾਤਮਾ, ਇੱਕੋ ਹੀ ਪੁਰਖ, ਬਾਕੀ ਤਾਂ ਜਿੰਨੇ ਵੀ ਆਪਾਂ ਸੰਸਾਰੀ ਜੀਵ ਆ, ਜੀਵ ਰੂਪੀ ਇਸਤਰੀਆਂ। ਤੇ ਮਹਾਰਾਜ ਸੱਚੇ ਪਾਤਸ਼ਾਹ ਔਰਤ ਦੇ 32 ਗੁਣ ਜਿਹੜੇ ਦੱਸ ਰਹੇ ਐ, ਸੁਣ ਲਿਓ। ਬੱਤੀ ਹੀ ਸੁਲੱਖਣੀ ਸੱਚ ਸੰਤਤ ਪੂਤ। ਇਹ ਗੁਰੂ ਅਰਜਨ ਦੇਵ ਸਾਹਿਬ ਦਾ ਸ਼ਬਦ ਹੈ। ਪ੍ਰੇਮ ਅਦਬ ਸਤਕਾਰ ਨਾਲ ਲਓ ਪਹਿਲਾ ਸ਼ਬਦ ਦੀ ਵਿਚਾਰ ਸੁਣੋ, ਫਿਰ ਤੁਹਾਨੂੰ ਦੱਸਦੇ ਆਂ ਵੀ 32 ਗੁਣ ਕਿਹੜੇ ਕਿਹੜੇ ਹਨ। 32 ਸੁਲੱਖਣੀ ਸੱਚ ਸੰਤਤ ਪੂਤ। ਸਤਿਗੁਰ ਕਹਿੰਦੇ 32 ਗੁਣ ਹੋਣੇ ਚਾਹੀਦੇ, ਸੱਚ ਸੰਤਤ ਪੂਤ। ਕਹਿੰਦੇ ਫੇਰ ਜਿਹੜੀ ਔਰਤ ਵਿੱਚ 32 ਗੁਣ ਹੈ ਉਹਦੀ ਕੁਲ ਦਾ ਵੀ ਮਾਣ ਵੱਧਦਾ ਹੈ, ਉਹਦੇ ਧੀਆਂ ਪੁੱਤ ਵੀ ਮਾਣ ਕਰਦੇ ਆ, ਪਰਿਵਾਰ ਵੀ ਕਰਦਾ ਹੈ। ਅੱਗੇ ਸਤਿਗੁਰੂ ਹੋਰ ਵੀ ਵਿਚਾਰ ਦੱਸਦੇ ਹਨ। ਆਗਿਆਕਾਰੀ ਸੁਗੜ ਸਰੂਪ। ਕਹਿੰਦੇ ਔਰਤ ਆਗਿਆਕਾਰ ਹੋਣੀ ਚਾਹੀਦੀ ਜਦੋਂ ਮਾਪਿਆਂ ਦੇ ਘਰ ਵਿੱਚ ਹੈ। ਵੈਸੇ ਤਾਂ ਤੁਹਾਨੂੰ ਪਤਾ ਹੀ ਹੈ, ਪਹਿਲਾਂ ਮਾਪਿਆਂ ਦੇ ਘਰ ਦਾ ਖਿਆਲ ਰੱਖਦੀ, ਵਿਆਹੀ ਜਾਵੇ ਤਾਂ ਫਿਰ ਦੂਜਾ ਘਰ ਬਣਦੀ ਰਹਿੰਦੀ ਹੈ, ਪਰ ਉਹ ਤਾਂ ਹੈ ਜੇ ਆਗਿਆਕਾਰ ਹੈ। ਗੁਰੂ ਆਗਿਆਕਾਰੀ ਸੁਗੜ, ਸਿਆਣੀ ਵੀ ਹੋਵੇ ਤੇ ਆਪਣਾ ਜਿਹੜਾ ਸਰੂਪ ਹੈ, ਚਾਲ ਚੱਲਣਾ ਹੈ, ਆਚਰਣ ਹੈ, ਇਹ ਉੱਚਾ ਸੁੱਚਾ ਰੱਖੇ। ਇੱਛ ਪੂਰੇ ਮਨ ਕੰਤ ਸੁਆਮੀ। ਜਦੋਂ ਵਿਆਹੀ ਗਈ ਤਾਂ ਉਹ ਜਿਹੜਾ ਉਹਦਾ ਮਾਲਕ ਹੈ, ਪਤੀ ਕਹਿ ਲੋ, ਘਰ ਵਾਲਾ ਕਹਿ ਲੋ, ਉਹ ਵੀ ਸਿਆਣਾ ਹੋਵੇ ਤੇ ਉਹਦੇ ਮੁਤਾਬਕ ਚੱਲੇ ਭਾਈ, ਤਾਂ ਉਹਦੀ ਕਦਰ ਪੈਂਦੀ ਹੈ। ਸਗਲ ਸੰਤੋਖੀ ਦੇਰ ਜੇਠਾਨੀ। ਕਹਿੰਦੇ ਸਬਰ ਸੰਤੋਖ ਹੋਵੇ, ਠੀਕ ਹੈ, ਮਾਲਕ ਇੱਕ ਹੈ, ਦੁੱਖ ਸੁੱਖ ਪਤੀ ਨਾਲ ਹੈ। ਇਹਦਾ ਮਤਲਬ ਇਹ ਵੀ ਨਹੀਂ ਵੀ ਜਿਹੜੇ ਬਾਕੀ ਭੈਣ ਭਰਾ ਹੈ, ਕੋਈ ਦਿਓਰ ਹੈ, ਕੋਈ ਜੇਠ ਹੈ, ਜਠਾਣੀ ਹੈ, ਵੀ ਉਹਨਾਂ ਦੀ ਕਦਰ ਹੀ ਨਹੀਂ ਕਰਨੀ। ਉਹਨਾਂ ਦਾ ਵੀ ਮਾਣ ਅਦਬ ਸਤਕਾਰ ਹੈ ਜਿਹੜਾ ਬਰਾਬਰ ਰੱਖਣਾ ਹੈ। ਸਭ ਪਰਿਵਾਰੈ ਮਾਹੇ ਸਰੇਸਟ। ਕਹਿੰਦੇ ਸਾਰੇ ਪਰਿਵਾਰ ਵਿੱਚੋਂ ਸ੍ਰੇਸ਼ਟ ਉੱਤਮ ਜੀਵਨ ਹੋਣਾ ਚਾਹੀਦਾ ਹੈ। ਮੱਤੀ ਦੇਵੀ ਦੇਵਰ ਜੇ ਸਟ। ਜੇ ਉਹਦੇ ਆਪਣੇ ਵਿੱਚ ਗੁਣ ਹੈ, ਮੱਤ ਚੰਗੀ ਹੈ, ਫੇਰ ਹੀ ਉਹ ਦੂਜਿਆਂ ਨੂੰ ਮੱਤ ਦੇਵੇ ਤੇ ਦੂਜੇ ਵੀ ਸੁਣਨਗੇ। ਤੇ ਜੇ ਆਪਣਾ ਹੀ ਜੀਵਨ ਗਲਤ ਹੈ, ਆਪਾਂ ਦੂਜਿਆਂ ਨੂੰ ਫਿਰ ਕੁਝ ਕਹਿ ਨਹੀਂ ਸਕਦੇ। ਧਨ ਸੋ ਗ੍ਰਹਿ ਜਿਤ ਪ੍ਰਗਟੀ ਆਏ। ਧਨ ਸੋ ਗ੍ਰਹਿ, ਗ੍ਰਹਿ ਤੋਂ ਭਾਵ ਹੈ ਘਰ। ਕਹਿੰਦੇ ਉਹ ਘਰ ਧਨ ਹੈ ਜਿੱਥੇ 32 ਗੁਣਾਂ ਵਾਲੀ ਔਰਤ ਪ੍ਰਗਟ ਹੋ ਜੇ ਜਾਂ ਵਿਆਹੀ ਹੋਈ ਆ ਜਾਵੇ। ਜਨ ਨਾਨਕ ਸੁਖੇ ਸੁਖ ਵਿਹਾਏ। ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਜਿਸ ਘਰ ਵਿੱਚ ਇਦਾਂ ਦੀ ਸਿਆਣੀ ਔਰਤ ਹੋਵੇ, ਉਸ ਘਰ ਵਿੱਚ ਤਾਂ ਸੁੱਖ ਹੀ ਸੁੱਖ ਹੈ। ਹੁਣ ਸੁਣ ਲਿਆ, ਪਰ ਇਹ ਦੇਖੋ ਵੀ 32 ਗੁਣ ਹੈ ਕਿਹੜੇ ਭਾਈ। ਪਹਿਲਾ ਗੁਣ ਹੈ ਸੁੰਦਰਤਾ। ਮਹਾਰਾਜ ਕਹਿੰਦੇ ਰੰਗ ਰੂਪ ਸੋਹਣਾ ਹੋਣਾ ਚਾਹੀਦਾ ਹੈ। ਆਪਣੇ ਸਰੀਰ ਨੂੰ ਸੰਭਾਲੋ, ਸੁੰਦਰਤਾ ਜ਼ਰੂਰੀ ਹੈ ਔਰਤ ਵਿੱਚ। ਤੇ ਜਿੱਥੇ ਰੰਗ ਰੂਪ ਸੋਹਣਾ ਹੈ, ਸਵੱਛਤਾ ਵੀ ਹੋਣੀ ਚਾਹੀਦੀ। ਇਹਦਾ ਭਾਵ ਹੈ ਪਵਿੱਤਰਤਾ। ਇਹ ਦੂਜਾ ਗੁਣ ਹੈ ਗੁਰੂ। ਕਈਆਂ ਦੇ ਰੰਗ ਰੂਪ ਸੋਹਣੇ ਹੁੰਦੇ ਐ,
ਖਿਮਾ ਕਰਿਓ ਬੋਲਣ ਚੱਲਣ ਦਾ ਪਤਾ ਨਹੀਂ ਹੁੰਦਾ ਤੇ ਸੋਹਣੇ ਰੰਗ ਰੂਪ ਵੀ ਰੁਲਦੇ ਦੇਖੇ। ਸਵੱਛਤਾ ਵੀ ਹੋਣੀ ਚਾਹੀਦੀ। ਤੀਸਰਾ ਜਿਹੜਾ ਗੁਣ ਹੈ ਉਹ ਹੈ ਲੱਜਾ ਭਾਈ, ਸ਼ਰਮ, ਸੰਗ ਸ਼ਰਮ। ਪੁਰਾਣੇ ਸਮਿਆਂ 'ਚ ਪਤਾ ਏਕਾ ਕਿਉਂ ਹੁੰਦਾ ਸੀ? ਵੱਡੇ ਵੱਡੇ ਪਰਿਵਾਰ 11 ਮੈਂਬਰ ਵੀ ਹੁੰਦੇ ਪਰ ਪਰਿਵਾਰ ਇਕੱਠੇ ਹੁੰਦੇ ਸੀ। ਕਿਉਂ? ਇੱਕ ਦੂਜੇ ਦੀ ਸੰਗ ਸੀ, ਸ਼ਰਮ ਸੀ, ਲੱਜਾ। ਦੂਰੋਂ ਕੋਈ ਚਾਚਾ ਤਾਇਆ ਜਾਂ ਵੱਡਾ ਬਜ਼ੁਰਗ ਦਿਸ ਜਾਂਦਾ, ਜੇ ਕਿਸੇ ਦਾ ਸਿਰ ਨੰਗਾ ਵੀ ਹੁੰਦਾ ਤੇ ਢੱਕ ਲੈਂਦੀਆਂ ਸੀ ਬੀਬੀਆਂ। ਲੱਭਦੇ ਸੀ ਕਿਸੇ ਦਾ ਨੰਗਾ ਮੂੰਹ ਨਹੀਂ ਸੀ ਦੀਂਦਾ, ਤੇ ਹੁਣ ਲੱਭਦੇ ਆ ਕਿਸੇ ਦਾ ਸਿਰ ਢੱਕਿਆ ਨਹੀਂ ਦੀਂਦਾ। ਗੁਰੂ, ਜੇ ਕਿਸੇ ਦਾ ਪਤੀ ਮਰ ਜਾਂਦਾ ਤਾਂ ਕਹਿੰਦੇ ਹੁੰਦੇ ਸੀ ਬੀਬੀ ਸਿਰੋਂ ਨੰਗੀ ਹੋ ਗਈ। ਤੇ ਹੁਣ ਭਾਈ ਤੁਸੀਂ ਸਿਆਣੇ ਬੈਠੇ ਹੋ, ਮੈਂ ਕਾਹਨੂੰ ਕਹਿਣਾ। ਚੁੰਨੀਆਂ ਬੀਬੀਆਂ ਦੇ ਤੇ ਭਾਈਆਂ ਦੇ ਸਿਰ ਤੇ ਦਸਤਾਰਾਂ ਘਟਦੀਆਂ ਜਾਂਦੀਆਂ। ਫਿਰ ਅਸੀਂ ਰੌਲਾ ਪਾਉਂਦੇ ਆ ਵੀ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਹੈ ਜੀ। ਅਸੀਂ ਦੱਸ ਰਹੇ ਹਾਂ ਵੀ ਤੁਹਾਡਾ ਗੁਰੂ ਗ੍ਰੰਥ ਸਾਹਿਬ ਹੈ। ਮੈਂ ਕਈ ਵਾਰੀ ਹੈਰਾਨ ਹੁੰਨਾ ਵੀ ਕੋਈ 20 ਸਾਲ ਦਾ, ਕੋਈ 30 ਸਾਲ ਦਾ, ਕੋਈ 60 ਸਾਲ ਦਾ ਹੈ, ਜਿਹਨੂੰ ਇਹ ਨਹੀਂ ਪਤਾ ਲੱਗਿਆ ਵੀ ਤੁਹਾਡਾ ਗੁਰੂ ਹੈ ਕੌਣ, ਤੇ ਹੁਣ ਦੱਸ ਕੇ ਅਸੀਂ ਕੀ ਕਰ ਦਿਆਂਗੇ ਗੁਰੂ। ਉਹ ਗੱਲ ਹੈ ਨਾ ਜਿਹੜੀ ਪਹਿਲਾਂ ਕੀਤੀ ਹੈ ਵੀ ਅੰਨੀ ਨੂੰ ਗੋਲਾ ਘੜੀਸੀ ਜਾਂਦਾ। ਸੁਣਨ ਵਾਲੇ ਨੂੰ ਸੁਣਦਾ ਹੀ ਨਹੀਂ, ਜਿਹਨੂੰ ਸੁਣਾਉਣਾ ਮੰਨਦੇ ਹੀ ਨਹੀਂ ਗੁਰੂ। ਸਮਝੋ ਇਸ ਬਚਨ ਨੂੰ। ਮਹਾਰਾਜ ਕਹਿੰਦੇ ਲੱਜਾ, ਸੰਗ ਸ਼ਰਮ ਵੀ ਜ਼ਰੂਰੀ ਹੈ। ਜਿੱਥੇ ਰੰਗ ਸੋਹਣਾ ਹੈ, ਪਵਿੱਤਰਤਾ ਹੈ, ਲੱਜਾ ਵੀ ਚਾਹੀਦੀ ਹੈ, ਉੱਥੇ ਨਾਲ ਨਾਲ ਚਤਰਾਈ ਵੀ ਹੋਵੇ ਗੁਰੂ। ਇਹ ਨਾ ਹੋਵੇ ਕਿ ਰੰਗ ਰੂਪ ਸੋਹਣਾ ਹੈ ਤੇ ਤੈਨੂੰ ਜਣਾ ਖਾਣਾ ਹੀ ਬੁੱਧੂ ਬਣਾ ਦੇ। ਆਮ ਕਹਾਵਤ ਕਹਿੰਦੇ ਹੁੰਦੇ ਨਾ ਵੀ ਜਿਹਨੇ ਲਾਈ ਗੱਲੀ ਉਸੇ ਨਾਲ ਉੱਠ ਚੱਲੀ। ਐਦਾਂ ਨਾ ਹੋਵੇ ਗੁਰੂ। ਅੱਜ ਕੱਲ ਵੀ ਇਹੀ ਹੋਇਆ, ਸਾਨੂੰ ਪਤਾ ਹੈ। ਮਾਈ ਭਾਈ ਸਾਰੇ ਖਿਆਲ ਕਰਿਓ ਵੀ ਸਾਡੇ ਗੁਰੂ ਨੇ ਗੁਰੂ ਗ੍ਰੰਥ ਸਾਹਿਬ ਸਿੱਖ ਧਰਮ ਦੀਆਂ ਗੁਰੂ ਨਾਨਕ ਤੋਂ ਲੈ ਕੇ ਹੁਣ ਤੱਕ ਕਿੱਡੀਆਂ ਕਿੱਡੀਆਂ ਕੁਰਬਾਨੀਆਂ, ਸਾਰਾ ਸਰਬੰਸ ਕੁਰਬਾਨ ਕਰਤਾ ਸਾਡੀ ਖਾਤਰ। ਤੇ ਆਪਾਂ ਕੀ ਸਾਰੇ ਗੁਰੂ ਦੇ ਬਣੇ ਗੁਰਮੁਖੋ? ਕੀ ਸਾਰੇ ਅੰਮ੍ਰਿਤ ਧਾਰੀ ਹੋ ਗਏ? ਆ ਮਨਮਤੀਆਂ ਦੇ ਜਿਹੜੇ ਤੁਰੇ ਫਿਰਦੇ ਆ, ਇਹ ਆਪਾਂ ਸਿੱਖੀ ਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਾਰਨ ਕੀ? ਜਿਹੜਾ ਕੋਈ ਚੰਗੀਆਂ ਜੀਆਂ ਗੱਲਾਂ ਸੁਣਾ ਜੇ, ਚਾਹੇ ਉਹ ਨਿੰਦਾ ਹੀ ਕਰ ਜੇ, ਬਸ ਆਪਾਂ ਉਧਰ ਤੁਰ ਪੈਂਦੇ। ਠੀਕ ਹੈ, ਕੋਈ ਚੰਗੀ ਗੱਲ ਦੱਸਦਾ ਸੁਣੋ, ਜਾਓ ਜਿੱਥੇ ਮਰਜੀ। ਅਸੀਂ ਨਹੀਂ ਕਹਿੰਦੇ, ਕਿਉਂਕਿ ਸਾਡੇ ਕਹੇ ਕਿਹੜਾ ਤੁਸੀਂ ਰੁਕਣਾ ਹੁੰਦਾ ਗੁਰੂ। ਪਰ ਨਿੰਦਿਆ ਚੁਗਲੀ ਸੁਣਿਆ ਨਾ ਕਰੋ। ਸਤਿਕਾਰ ਕਰ ਦੋ ਜਿਹਦਾ ਮਰਜੀ, ਪਰ ਆਪਣੇ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਨੇ ਗੁਰੂ ਸਮਝ ਕੇ ਕਿਸੇ ਅੱਗੇ ਸਿਰ ਨਹੀਂ ਝੁਕਾਉਣਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਬ੍ਰਹਮ ਗਿਆਨੀ ਕਹਿ ਦੋ, ਸੰਤ ਕਹਿ ਦੋ, ਮਹਾਪੁਰਸ਼ ਕਹਿ ਦੋ ਜੋ ਕਹਿਣਾ, ਕੋਈ ਨਹੀਂ। ਪਰ ਗੁਰੂ ਦਾ ਦਰਜਾ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਦਾ ਹੈ। ਝੁਕਾ ਲਓ ਸੀਸ, ਮਾਂ ਨੂੰ ਝੁਕਾਓ, ਪਿਤਾ ਨੂੰ ਝੁਕਾਓ, ਕੋਈ ਗੁਰੂ ਪੀਰ ਉਸਤਾਦ ਹੈ ਉਹਨੂੰ ਝੁਕਾ ਲਓ, ਕਿਉਂਕਿ ਸਤਿਕਾਰ ਜ਼ਰੂਰੀ ਹੈ। ਪਰ ਗੁਰੂ ਦਾ ਦਰਜਾ ਕੇਵਲ ਗੁਰੂ ਗ੍ਰੰਥ ਸਾਹਿਬ ਦਾ। ਚਤਰ ਚਲਾਕ ਬਣੋ ਭਾਈ। ਇਹ ਨਾ ਹੋਵੇ ਕਿ ਜਣਾ ਖਣੀ ਸਾਨੂੰ ਬੁੱਧੂ ਬਣਾਈ ਜਾਵੇ। ਇਹ ਚੌਥਾ ਗੁਣ ਹੈ, ਚਤਰਾਈ। ਤੇ 5ਵੇਂ ਨੰਬਰ ਤੇ ਕਹਿੰਦੇ ਵਿਦਿਆ ਵੀ ਹੋਣੀ ਚਾਹੀਦੀ। ਬੀਬੀਓ ਪੜ੍ਹਿਆ ਲਿਖਿਆ ਕਰੋ ਭਾਈ। ਪੁਰਾਣੇ ਸਮੇਂ ਸਕੂਲ ਕਾਲਜ ਹੁੰਦੇ ਨਹੀਂ ਸੀ ਨੇੜੇ ਤੇੜੇ, ਤੇ ਬਜ਼ੁਰਗ ਕਹਿੰਦੇ ਹੁੰਦੇ ਵੀ ਕੁੜੀਆਂ ਨੂੰ ਘਰੋਂ ਬਾਹਰ ਕਿਵੇਂ ਤੋਰਦੀ। ਪਰ ਸਿਆਣੇ ਉਦੋਂ ਵੀ ਕਹਿੰਦੇ ਸੀ ਵੀ ਅਨਪੜ੍ਹ ਧੀਆਂ ਨਹੀਂ ਕਿਸੇ ਨੇ ਲੈਣੀਆਂ, ਮਾਪਿਓ ਪੜ੍ਹਾ ਦਿਓ। ਪੜ੍ਹੀ ਲਿਖੀ ਕੁੜੀ ਭਾਵੇਂ ਹੋਇਆ ਕਰੂਗੀ ਕਿਸੇ ਨੀਵੀਂ ਜਾਤ ਦੀ, ਉੱਚਿਆਂ ਘਰਾਣਿਆਂ 'ਚ ਪੈਰ ਧਰੂਗੀ, ਲੋੜ ਵੀ ਨਹੀਂ ਦਾਤ ਦੀ। ਜਾਤ ਪਾਤ ਦੀਆਂ ਕੁੱਲ ਕੰਧਾਂ ਢਹਿਣੀਆਂ ਤੇ ਤੁਸੀਂ ਵੀ ਢਾ ਦਿਓ। ਅਨਪੜ੍ਹ ਧੀਆਂ ਨਹੀਂ ਕਿਸੇ ਨੇ ਲੈਣੀਆਂ, ਮਾਪਿਓ ਪੜ੍ਹਾ ਦਿਓ। ਤੇ ਅੱਜ ਉਹ ਗੱਲਾਂ ਹੋ ਗਈਆਂ ਗੁਰੂ। ਹੁਣ ਰਿਸ਼ਤੇ ਲੈਣ ਵਾਸਤੇ ਕਹਿੰਦੇ ਆ ਵੀ ਕੁੜੀ ਪੜ੍ਹੀ ਲਿਖੀ ਹੋਵੇ, ਮੁੰਡੇ ਨੂੰ ਬਾਹਰ ਲੈ ਜੇ, ਭਾਵੇਂ ਕਿਸੇ ਗਰੀਬ ਜਾਤੀ 'ਚ ਹੀ ਹੋਵੇ। ਖਤਮ ਹੋ ਗਈ ਨਾ ਜਾਤ ਪਾਤ। ਇਹ ਵਿਦਿਆ ਇੱਕ ਐਸੀ ਚੀਜ਼ ਹੈ। ਸਾਰੇ ਪ੍ਰਚਾਰਕ ਰੌਲਾ ਪਾਉਂਦੇ ਆ ਜਾਤ ਪਾਤ ਨਾ ਮੰਨੋ, ਨਹੀਂ ਛੱਡੀ ਆਪਾਂ।
ਪਰ ਵਿਦਿਆ ਨੇ ਛਡਾਤੀ ਗੁਰੂ ਤੋਂ। ਤੇ ਸਤਿਗੁਰ ਨੇ ਵੀ ਕਿਹਾ ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਕਹਿੰਦੇ ਵਿਦਿਆ ਦੀ ਵਿਚਾਰ ਕਰਨ ਵਾਲਾ ਤੈਨੂੰ ਤਾਂ ਜਾਣਾਂਗੇ ਜੇ ਪਰਉਪਕਾਰ ਕਰੇ। ਤੇ ਇਹਦਾ ਮਤਲਬ ਆ ਜਿਹੜਾ ਗੁਣ ਹੈ ਗੁਰਮੁਖੋ ਪੰਜਵਾਂ, ਬੀਬੀਓ ਵਿਦਿਆ ਵੱਧ ਤੋਂ ਵੱਧ ਪੜ੍ਹਿਆ ਕਰੋ। ਮਾਪੇ ਚਾਹੁੰਦੇ ਨੇ ਧੀਆਂ ਪੜ੍ਹ ਜਾਣ, ਵਿਦਿਆ ਪੜ੍ਹ ਕੇ ਲੈਣਾ ਗਿਆਨ। ਪਰ ਇੱਥੇ ਮੈਨੂੰ ਦੁੱਖ ਨਾਲ ਇੱਕ ਗੱਲ ਕਹਿਣੀ ਪੈਂਦੀ ਹੈ, ਜਿਹੜੇ ਬਚਨ ਗੁਰੂ ਨਾਨਕ ਨੇ ਕਹੇ, ਆ 32 ਸੁਲੱਖਣੀ ਸੁਣਿਆ ਨਾ ਸ਼ਬਦ ਤੁਸੀਂ, ਇਹਦੀ ਵਿਚਾਰ ਪਹਿਲੀ ਗੱਲ ਤਾਂ ਅਸੀਂ ਦੱਸਦੇ ਹੀ ਨਹੀਂ ਗੁਰਮੁਖ, ਜੇ ਦੱਸਾਂਗੇ ਤਾਂ ਤੁਸੀਂ ਸੁਣਨੀ ਨਹੀਂ। ਪਾਤਸ਼ਾਹ ਕਹਿੰਦੇ ਸੋ ਕਿਉ ਮੰਦਾ ਆਖੀਐ ਜਿਤ ਜੰਮਹਿ ਰਾਜਾਨ। ਇਹਨੂੰ ਸੁਣਨ ਵਾਲੇ ਘੱਟ ਹੈ ਤੇ ਬੁਰਾ ਤਾਂ ਮਨਾਇਓ ਨਾ। ਲੋਕ ਗੀਤ ਪਤਾ ਕਿਹੋ ਜਿਹੇ ਗਾਉਂਦੇ, ਕੋਈ ਸੜਕਾਂ ਤੇ ਅੱਗ ਤੁਰੀ ਜਾਂਦੀ ਕਹਿ ਰਿਹਾ, ਕੋਈ दारू ਦੀ ਬੋਤਲ ਕਹਿ ਰਿਹਾ, ਉਹ ਇੱਕ ਵਾਰੀ ਸੁਣ ਕੇ ਯਾਦ ਕਰ ਲੈਂਦੇ ਆ ਸਾਰੇ। ਸਮਾਂ ਕਲਯੁਗ ਦਾ ਹੈ, ਮਤ ਮਾੜੇ ਪਾਸੇ ਜਾ ਰਹੀ ਹੈ, ਆਖੋ ਸਤਨਾਮ ਵਾਹਿਗੁਰੂ। ਵਿਦਿਆ ਪੜੋ। ਬੱਚੀਆਂ ਨੂੰ ਵੀ ਬੇਨਤੀ ਕਰੂੰਗਾ, ਜਾਓ ਸਕੂਲਾਂ ਕਾਲਜਾਂ 'ਚ, ਪਰ ਮਾੜੇ ਕਰਮਾਂ ਤੋਂ ਬਚੋ। ਮਹਾਰਾਜ ਦਾ ਇਹ ਵੀ ਬਚਨ ਹੈ, ਰੰਨਾ ਹੋਈਆਂ ਬੋਧੀਆਂ ਪੁਰਸ਼ ਹੋਏ ਸ਼ਈਆਦ। ਕਿਸੇ ਬੰਦੇ ਦੀ ਹਿੰਮਤ ਨਹੀਂ ਹੁੰਦੀ ਕਿਸੇ ਔਰਤ ਨੂੰ ਕੋਈ ਛੇੜ ਜੇ, ਪਰ ਜਦੋਂ ਹਰਕਤਾਂ ਗਲਤ ਹੁੰਦੀਆਂ ਉਦੋਂ ਫਿਰ ਬੰਦਿਆਂ ਦੀ ਬਿਰਤੀ ਇੱਕ ਜਲਾਦ ਵਰਗੀ ਹੋ ਜਾਂਦੀ। ਜਲਾਦ ਵਰਗੀ, ਜਿਵੇਂ ਮਾਸ ਦੀ ਦੁਕਾਨ ਤੇ ਲੋਕ ਜਾਂਦੇ ਆ, ਨਿਗਾਹ ਮਾਸ ਵੱਲ ਹੁੰਦੀ ਹੈ, ਏਦਾਂ ਹੀ। ਇਸ ਕਰਕੇ ਆ ਜਿਹੜੇ ਗੁਣ ਤੁਹਾਨੂੰ ਦੱਸ ਰਿਹਾ, ਸੁੰਦਰਤਾ, ਸਵੱਛਤਾ, ਲੱਜਾ, ਚਤਰਾਈ ਤੇ ਵਿਦਿਆ, ਇਹ ਆਪਣੇ ਵਿੱਚ ਲਿਆਓ, ਪਰ ਨਾਲ ਨਾਲ ਮਾਂ ਪਿਓ ਦਾ, ਭੈਣਾਂ ਭਾਈਆਂ ਦਾ ਖਿਆਲ ਰੱਖੋ। ਜਦੋਂ ਵਿਆਹੀ ਜਾਂਦੀ ਹੈ, ਪਤੀ ਦੀ ਪਤਨੀ ਬਣਦੀ ਹੈ, ਉਦੋਂ ਫਿਰ ਪਤੀ ਭਗਤੀ ਵੀ ਜ਼ਰੂਰੀ ਹੈ ਗੁਰੂ। ਪਤੀ ਦੀ ਭਗਤੀ ਕਰਨੀ ਹੈ, ਛੇਵਾਂ ਗੁਣ ਹੈ ਭਾਵ। ਜਿਵੇਂ ਲਾਮਾ ਪੜਨ ਵੇਲੇ ਕਹਿੰਦੇ ਆ ਨਾ ਵੀ ਉਸਤਤ ਨਿੰਦਾ ਨਾਨਕ ਜੀ ਮੈਂ ਹੱਬ ਵਜਾਈ ਛੋੜਿਆ, ਹੱਬ ਕਿਜ ਤਿਆਗੀ, ਹੱਬੇ ਸਾਕ ਕੁੜਾਵੇ ਡਿੱਠੇ ਤੋ ਪੱਲੇ ਤੈਡੇ ਲੱਗੀ। ਇਹਦਾ ਭਾਵ ਕੀ ਹੈ ਵੀ ਅੱਜ ਤੋਂ ਮੈਂ ਆਪਣੀ ਨਿੰਦਿਆ ਜਾਂ ਉਸਤਤ ਛੱਡਤੀ। ਜਿਹੜੇ ਰਿਸ਼ਤੇਦਾਰ ਸਾਕ ਸੰਬੰਧੀ ਪਹਿਲਾਂ ਸੀ ਉਹ ਛਾਰੇ ਛੱਡ ਤੇ ਝੂਠੇ ਸਮਝ ਲਏ, ਹੁਣ ਮੈਂ ਤੇਰਾ ਲੜ ਫੜਿਆ, ਤੇਰੇ ਆਸਰੇ ਜੀਵਨ ਹੈ। ਪਰ ਕਈ ਇਦਾਂ ਨਹੀਂ ਹੁੰਦਾ ਗੁਰੂ, ਪਰ ਪਿਛਲਾ ਛੱਡਣਾ ਨਹੀਂ, ਮੂਰਲਿਆਂ ਨਾ ਬਣਾਉਣੀ ਨਹੀਂ, ਫਿਰ ਘਰ ਹੀ ਟੁੱਟਦੇ ਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਮਝਿਆ ਕਰੋ। ਮਹਾਰਾਜ ਕਹਿੰਦੇ ਛੇਵਾਂ ਜਿਹੜਾ ਗੁਣ ਹੈ ਪਤੀ ਭਗਤੀ ਕਰਨੀ, ਪਤੀ ਦੀ ਭਗਤੀ, ਪਤੀ ਦੀ ਆਗਿਆ ਵਿੱਚ ਰਹਿਣਾ। ਸੱਤਵਾਂ ਗੁਣ ਹੈ ਸੇਵਾ ਕਰਨੀ। ਵੇਖੋ ਸਾਡੇ ਫਰਜ਼ ਕੀ ਨੇ, ਆਪੋ ਆਪਣੇ ਫਰਜ਼ਾਂ ਨੂੰ ਨਿਭਾਉਣਾ ਹੈ। ਤੇ ਅੱਠਵਾਂ ਜਿਹੜਾ ਗੁਣ ਹੈ ਔਰਤ ਦਾ, ਉਹ ਹੈ ਦਇਆ। ਦਇਆ ਹੋਣੀ ਚਾਹੀਦੀ। ਜੇ ਕੋਈ ਚੰਗਾ ਕਰਦਿਆਂ ਨੂੰ ਗਲਤ ਵੀ ਕਹਿ ਗਿਆ, ਉਹਨੂੰ ਸਹਿ ਲੈਣਾ, ਭਲਾ ਹੀ ਕਰਨਾ ਦੂਜਿਆਂ ਦਾ। ਤੇ ਨੌਵਾਂ ਗੁਣ ਹੈ ਸੱਤ, ਜੀਵਨ ਵਿੱਚ ਸੱਚ ਹੋਣਾ ਚਾਹੀਦਾ। ਝੂਠ ਦਾ ਪੱਲਾ ਛੱਡੋ ਭਾਈ। ਜਿੰਨਾ ਚਿਰ ਅਸੀਂ ਝੂਠ ਬੋਲਦੇ ਆ, ਇੱਕ ਝੂਠ ਨੂੰ ਛੁਪਾਉਣ ਵਾਸਤੇ ਕਈ ਹੋਰ ਬੋਲਣੇ ਪੈਂਦੇ। ਮਹਾਰਾਜ ਕਹਿੰਦੇ ਜੀਵਨ ਵਿੱਚ ਸਚਾਈ ਵੀ ਹੋਣੀ ਚਾਹੀਦੀ ਹੈ। ਇਹ ਨੌਵਾਂ ਗੁਣ ਹੈ। 10ਵਾਂ ਗੁਣ ਹੈ ਪ੍ਰਿਆ ਬਾਣੀ। ਵੀ ਜਦੋਂ ਬੋਲਣਾ ਹੈ ਮਿੱਠੇ ਮਿੱਠੇ ਬੋਲ ਬੋਲਣੇ ਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇ ਬੋਲਣੇ ਤੁਹਾਨੂੰ ਪੈਂਦੇ ਹੀ ਆ ਗੁਰੂ। ਜਿਹੜਾ ਮਿੱਠਾ ਬੋਲਦਾ ਨਾ ਉਹੀ ਪ੍ਰਵਾਨ ਹੁੰਦਾ। ਦੇਖੋ ਫਿੱਕੀ ਚਾਹ ਨਹੀਂ ਚੰਗੀ ਲੱਗਦੀ, ਫਿੱਕੇ ਫਲ ਨਹੀਂ ਆਪਾਂ ਲੈਂਦੇ, ਤੇ ਫਿੱਕਾ ਬੋਲਣ ਵਾਲੇ ਕਿਵੇਂ ਪ੍ਰਵਾਨ ਹੋਣ। ਤੇ ਜ਼ਿਆਦਾਤਰ ਕਲੇਸ਼ ਬੋਲ ਬਾਣੀ ਕਰਕੇ ਪੈਂਦਾ ਹੈ। ਕੈਰੋ ਪਾਂਡਵਾਂ ਦਾ ਕਿੱਡਾ ਵੱਡਾ ਯੁੱਧ ਹੋਇਆ, ਉਹ ਦ੍ਰੋਪਤਾਂ ਦਾ ਇੱਕ ਬੋਲ ਹੀ ਸੀ ਜਿਹੜਾ ਜ਼ਿੰਦਗੀ ਭਰ ਰੋਣਾ ਪੱਲੇ ਪਾ ਗਿਆ। ਬੋਲ ਹੀ ਸੀ। ਇਸ ਕਰਕੇ ਪ੍ਰਿਆ ਬਾਣੀ, ਮਧੁਰ ਬਾਣੀ, ਮਿੱਠਾ ਬੋਲਣਾ ਜ਼ਰੂਰੀ ਹੈ। 11ਵਾਂ ਗੁਣ ਹੈ ਪ੍ਰਸੰਨਤਾ, ਖੁਸ਼ ਰਹਿਣਾ। ਕਈ ਵਾਰੀ ਮਾੜੀ ਜੀ ਘਰ 'ਚ ਗੱਲ ਹੋ ਜੇ
ਬੰਦੇ ਬਾਹਰੋਂ ਕੰਮ ਧੰਦਾ ਕਰਕੇ ਥੱਕੇ ਟੁੱਟੇ ਆਏ ਹੁੰਦੇ ਐ ਤੇ ਮਾੜੀ ਜੀ ਗੱਲ ਨੂੰ ਵਧਾ ਕੇ ਪੇਸ਼ ਕਰਨਾ, ਉਹਦੇ ਨਾਲ ਵੀ ਪਰਿਵਾਰ ਟੁੱਟਦੇ ਐ, ਕਦਰ ਘਟਦੀ ਹੈ। ਠੀਕ ਹੈ, ਦੁੱਖ ਸੁੱਖ ਕਰੋ, ਪਰ ਇੱਕ ਟਾਈਮ ਸਮਾਂ ਦੇਖੋ ਕਦੋਂ ਕਰਨਾ ਚਾਹੀਦਾ, ਇਹ ਵੀ ਜ਼ਰੂਰੀ ਹੈ। ਪ੍ਰਸੰਨ ਰਹਿਣਾ। ਤੇ 12ਵੇਂ ਨੰਬਰ ਤੇ ਗੁਣ ਹੈ ਨਿਮਰਤਾ, ਨੀਵੇਂ ਹੋ ਕੇ ਚੱਲਣਾ। ਠੀਕ ਹੈ, ਦਿਨ ਰਾਤ ਮਾਈਆਂ ਮਿਹਨਤ ਕਰਦੀਆਂ, ਅਸੀਂ ਇਹ ਮੰਨਦੇ ਹਾਂ। ਸਵੇਰ ਤੋਂ ਲਾ ਕੇ ਉੱਠਣਾ, ਘਰ ਦੇ ਕੰਮ ਧੰਦੇ ਕਰਨੇ, ਸਭ ਨੂੰ ਬਣਾ ਕੇ ਖਵਾਉਣਾ ਪਿਉਣਾ, ਭਾਂਡੇ ਮਾਂਜਣੇ, ਝਾੜੂ ਲਾਉਣਾ, ਪਸ਼ੂ ਡੰਗਰ ਵੀ ਜਿਹੜੇ ਘਰਾਂ 'ਚ ਰੱਖੇ ਆ ਸਾਂਭਦੇ ਆ, ਸਾਰੇ ਟੱਬਰ ਨੂੰ ਖਵਾ ਕੇ ਫੇਰ ਛਕਣਾ। ਸਭ ਤੋਂ ਪਹਿਲਾਂ ਉੱਠਣਾ ਤੇ ਸਭ ਤੋਂ ਬਾਅਦ 'ਚ ਪੈਣਾ। ਮਿਹਨਤ ਤਾਂ ਬਹੁਤ ਹੈ, ਇਹ ਨਿਮਰਤਾ ਜ਼ਰੂਰੀ ਹੈ। ਫੇਰ ਵੀ ਮਾਣ ਨਹੀਂ ਕਰਨਾ ਵੀ ਮੈਂ ਤੁਹਾਡੇ ਲਈ ਆ ਗਈ, ਇਹ ਨਿਮਰਤਾ 12ਵਾਂ ਗੁਣ। ਤੇ 13ਵਾਂ ਜਿਹੜਾ ਗੁਣ ਹੈ ਭਾਈ, ਨਿਸ਼ਕਾਮਤਾ। ਸਭ ਕੁਝ ਕਰਨਾ ਹੈ, ਪਰ ਮਨ ਵਿੱਚ ਇਹ ਇੱਛਾ ਨਹੀਂ ਰੱਖਣੀ ਵੀ ਮੈਂ ਵੀ ਇੱਥੋਂ ਦੀ ਮਾਲਕ ਹੋਵਾਂ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਗੁਰਬਾਣੀ ਨੇ ਤਾਂ ਫੈਸਲਾ ਬਰਾਬਰ ਦਾ ਹੱਕ ਦਿੱਤਾ ਹੈ, ਪਰ ਬਿਨਾਂ ਮੰਗੇ ਹੀ ਮਿਲ ਜਾਂਦਾ ਜਿਹਦੇ ਵਿੱਚ ਨਿਮਰਤਾ ਗੁਣ। ਤੇ ਜੇ ਮਨ ਦੀ ਕਾਮਨਾ ਰੱਖ ਕੇ ਕੋਈ ਵੀ ਕਰੋਗੇ ਕਰਮ, ਉਹਨੂੰ ਨਾ ਆਪਣੇ ਗੁਰੂਆਂ ਨੇ ਨਾ ਸਿਆਣਿਆਂ ਨੇ ਸਤਿਕਾਰ ਨਹੀਂ ਦਿੱਤਾ। ਨਿਸ਼ਕਾਮਤਾ ਜ਼ਰੂਰੀ ਹੈ। 14ਵਾਂ ਜਿਹੜਾ ਗੁਣ ਹੈ ਉਹ ਹੈ ਉਕਤਾ। ਉਕਤੇ ਤੋਂ ਭਾਵ ਵੀ ਗੱਲਬਾਤ ਤਾਂ ਕਰਨੀ ਹੈ, ਇਹ ਨਹੀਂ ਵੀ ਹਰ ਵੇਲੇ ਮੂੰਹ ਸਜਾ ਕੇ ਕਰਨੀ ਹੈ ਕਿ ਪਿੰਡਾਂ ਦੇ ਬੈਠੇ ਸੌਖਾ ਸਮਝੋਗੇ। ਉਦੋਂ ਵੀ ਹੱਸਣ ਵਾਲੀ ਗੱਲ ਹੈ, ਇਹ ਵੀ ਨਹੀਂ ਵੀ ਕਮਲਿਆਂ ਵਾਂਗੂ ਬਾਹਲਾ ਹੀ ਗਵਾਰਾਂ ਦਾ ਹਾਸਾ ਹੱਸੀ, ਢੰਗ ਦੀ ਹਾਸੀ, ਢੰਗ ਦਾ ਦੇਖਣਾ। ਜਾ ਰਹੇ ਆ ਰਸਤੇ ਵਿੱਚ, ਆਪਣੇ ਮਾਰਗ ਤੇ ਧਿਆਨ ਰੱਖਣਾ ਹੈ, ਇਹ ਨਹੀਂ ਵੀ ਆਲੇ ਦੁਆਲੇ ਦੇਖੀ ਚੱਲੀ, ਫਿਰ ਜੀਵਨ ਦੀ ਗੱਡੀ ਲੀਹ ਤੋਂ ਲੈ ਜਾਂਦੀ ਹੈ। ਉਕਤਾ ਵੀ ਜ਼ਰੂਰੀ ਹੈ। ਤੇ 15ਵਾਂ ਗੁਣ ਹੈ ਔਰਤ ਦਾ ਧੀਰਜ। ਤੂੰ ਠੀਕ ਹੈ, ਆਪਣਾ ਚੱਲ ਚੱਲਣ ਸਹੀ ਹੈ, ਕਰਮ ਸਹੀ ਕਰਦੀ ਹੈ, ਫਿਰ ਵੀ ਤੈਨੂੰ ਕੋਈ ਬੁਰਾ ਭਲਾ ਕਹਿੰਦਾ ਹੈ, ਉੱਥੇ ਥੋੜਾ ਜਿਹਾ ਧੀਰਜ ਵੀ ਰੱਖ ਲਿਆ ਕਰ। ਇਹ ਨਹੀਂ ਵੀ ਬਰਾਬਰ ਹੀ ਲੜਨਾ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਅੱਗੇ ਮਹਾਰਾਜ ਕਹਿੰਦੇ ਸੰਜਮ ਵੀ ਹੋਣਾ ਚਾਹੀਦਾ। 16ਵਾਂ ਗੁਣ ਹੈ ਸੰਜਮ। ਦੂਜਿਆਂ ਵੱਲ ਵੇਖ ਕੇ ਆਪਣੇ ਹੀ ਨਹੀਂ ਘਰ ਬਰਬਾਦ ਕਰੀਦਾ। ਸੰਜਮ ਜ਼ਰੂਰੀ ਹੈ। ਮੰਨ ਲਓ ਕਿਸੇ ਦੇ ਚੰਗੇ ਕੱਪੜੇ ਪਾਏ ਐ, ਚੰਗੇ ਗਹਿਣੇ ਪਾਏ ਐ, ਦੂਜਿਆਂ ਦੀਆਂ ਕੋਠੀਆਂ ਕਾਰਾਂ ਹੈਗੀਆਂ, ਉੱਥੇ ਹੁਣ ਮਾੜੀ ਨੀਤ ਨਾਲ ਦੂਜਿਆਂ ਨੂੰ ਲੁੱਟਣਾ ਚਾਹੇ, ਉਹ ਵੀ ਗਲਤ ਹੈ। ਮਾਲਕ ਅੱਗੇ ਅਰਦਾਸ ਕਰੋ, ਮਿਹਨਤ ਕਰੋ। ਆਪਣੀ ਮਿਹਨਤ ਦਾ ਕੀਤਾ ਸੁੱਖ ਦਿੰਦਾ ਹੈ, ਤੇ ਜਿਨ੍ਹਾਂ ਨੇ ਮਿਹਨਤ ਨਹੀਂ ਕੀਤੀ, ਰੱਬ ਦਾ ਨਾਂ ਨਹੀਂ ਜਪਣਾ, ਕਮਾਈ ਕਰਨ ਵਾਲਿਆਂ ਦਾ ਸਤਿਕਾਰ ਨਹੀਂ ਕਰਨਾ, ਉਹਨਾਂ ਕੋਲੇ ਸਭ ਕੁਝ ਵੀ ਹੋਵੇ ਪਰ ਸੁੱਖ ਨਹੀਂ ਮਿਲਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਧਰੂ ਭਗਤ ਨੂੰ ਉਹਦੀ ਮਾਤਾ ਨੇ ਇਹੀ ਕਿਹਾ ਸੀ, ਜਦੋਂ ਧਰੂ ਰੋਂਦਾ ਰੋਂਦਾ ਆਪਣੇ ਪਿਤਾ ਦੀ ਗੋਦ 'ਚ ਬੈਠਾ ਰਾਜੇ ਉਤਾਨਪਾਦੀ 'ਚ, ਮਤਰੇਈ ਮਾਂ ਨੇ ਬਾਂਹ ਤੋਂ ਫੜ ਕੇ ਉਠਾਤਾ, ਕਹਿੰਦੀ ਉੱਠ ਖੜਾ ਹੋ, ਜੇ ਪਿਤਾ ਦੀ ਗੋਦ 'ਚ ਬਹਿਣਾ ਸੀ ਮੇਰੇ ਪੇਟੋਂ ਜਨਮ ਲੈਂਦਾ। ਉਹ ਰੋਂਦਾ ਰੋਂਦਾ ਆਪਣੀ ਮਾਤਾ ਕੋਲੇ ਜਾਂਦਾ, ਕਹਿੰਦਾ ਮਾਂ ਐਂ ਦੱਸ, ਤੂੰ ਰਾਣੀ ਹੈ ਜਾਂ ਕੋਈ ਨੌਕਰਾਨੀ ਹੈ, ਗੋਲੀ ਬੰਦੀ? ਕਹਿੰਦੀ ਪੁੱਤ ਕੀ ਗੱਲ? ਕਹਿੰਦਾ ਰਾਜੇ ਦਾ ਪੁੱਤਰ ਹੋਵਾਂ ਤੇ ਰਾਜੇ ਦੀ ਗੋਦ 'ਚੋਂ ਮੈਨੂੰ ਉਠਾਇਆ ਜਾਵੇ, ਧੱਕੇ ਮਾਰੇ ਜਾਣ, ਮੈਨੂੰ ਇਹ ਦੱਸ ਗੋਲੀਆਂ ਕਿ ਰਾਣੀ ਮੇਰੇ ਪਿਤਾ ਦੀ? ਸੱਚ ਦੱਸੀ ਮਾਤਾ ਮੇਰੀ। ਤੇ ਉਹਨੇ ਕੀ ਕਿਹਾ? ਕਹਿੰਦੀ ਜਨਮ ਦੀ ਤਾਂ ਰਾਣੀ ਹੋਈ ਆ, ਪਰ ਮੇਰੇ ਕਰਮਾਂ 'ਚ ਭਗਤੀ ਦੀ ਘਾਟ ਹੈ, ਤਾਂ ਕਰਕੇ ਰਾਣੀ ਹੁੰਦਿਆਂ ਹੋਇਆਂ ਵੀ ਰਾਣੀ ਵਾਲੀ ਕਦਰ ਨਹੀਂ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮੇਰੇ ਕਹਿਣ ਦਾ ਭਾਵ ਸਮਝ ਗਏ ਹੋਵੋਗੇ। ਸਭ ਕੁਝ ਹੈਗਾ, ਹਉਮੈ ਨਹੀਂ ਕਰਨੀ। ਹੁੰਦਿਆਂ ਸੁੰਦਿਆਂ ਜੇ ਕਦਰ ਨਾ ਹੋਵੇ, ਇਹ ਵੀ ਨਹੀਂ ਵੀ ਘਰ ਤੋੜ ਲਈਏ, ਪਰਿਵਾਰ ਤੋੜ ਲਈਏ। ਹੁੰਦਾ ਅੱਜ ਕੱਲ੍ਹ ਕਲਯੁਗ ਦਾ ਸਮਾਂ, ਤੁਹਾਡੇ ਸਾਹਮਣੇ ਆ ਸਭ ਕੁਝ। ਉਦੋਂ ਭਾਈ ਸੰਜਮ ਰੱਖੋ ਤੇ ਵਾਹਿਗੁਰੂ ਪਰਮਾਤਮਾ ਦੀ ਭਗਤੀ ਵਧਾ ਦਿਓ।
महाराज कहंदे तपों राज। लो पढ़ी लईए बचन की है, किसी दे याद रह जे। प्यारे जी भगती तो राज मिलदा, 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 भगती तो राज मिलदा, प्यारे ओ 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 भगती तो राज मिलदा, प्यारे जी भगती तो राज मिलदा, प्यारे ओ भगती तो राज मिलदा, भगती तो राज मिलदा, प्यारे हो प्यारे हो भगती तो राज मिलदा, प्यारे हो भगती तो राज मिलदा। महाराज कहंदे भगती तो राज मिलदा है। संयम जरूरी है। 17वां गुण है भाई उदारता। उदारता भी जिंदगी दे विच चलदियां होयां सोच समझ के चलना। कोई माड़ा भी कहंदा है इहने भी लड़ पईए पहलां देखो भी की ये ठीक कह रहा जां नहीं। ते कई लोग वो भी हुंदे है बिना वजह चक दे दे के फोकी वडियाई कर करके अपनी मंगर ला लेंदे आ गुरु। उदों भी सोच समझ तो कम लेना है। आखो सतनाम। जे किते लोड़ पै जे परिवारां विच कोई फैसला करन दी तां न्याय भी भाई धर्म अनुसार करना चाहिए। धर्म दा न्याय होवे। 19वां गुण है गंभीरता। डूंगी सोच विचार तो कम लेना। 20वां गुण है औरत दा उद्यमी होना। ये नहीं भी कम विहारता करना घर परिवार दा एक काम नूं लमकाई रखना। कई बीबियां दा सुभाव हुंदा है क्योंकि मैं गल ही औरत बारे कर रहा। ਉਹੀ ਕੰਮ ਹੁੰਦਾ ਛੇਤੀ ਹੋਣ ਵਾਲਾ ਲਮਕਾਈ ਜਾਣਗੀਆਂ ਹਿੰਮਤ ਨਾਲ ਉਦਮ ਨਾਲ ਕਾਰ ਵਿਹਾਰ ਸਮੇਂ ਨਾ ਕਰਨਾ। ਸੰਦੇਹਾ ਉੱਠਣਾ ਟਾਈਮ ਨਾਲ ਆਪਣੇ ਕਾਰ ਵਿਹਾਰ ਕਰਨੇ। 20ਵਾਂ ਗੁਣ ਹੈ ਤੇ 21ਵਾਂ ਗੁਣ ਹੈ ਭਾਈ ਸੂਰਬੀਰਤਾ। ਜੇ ਕਿਤੇ ਕੋਈ ਸਾਡੇ ਬਾਰੇ ਬੁਰਾ ਸੋਚਦਾ ਹੈ ਗਲਤ ਵਿਚਾਰ ਲੱਗਣ ਇਹ ਨਹੀਂ ਵੀ ਦੂਜਿਆਂ ਤੀਜਿਆਂ ਵੱਲ ਦੇਖਣਾ। ਆਪਣੀ ਅਣਖ ਇੱਜ਼ਤ ਦੀ ਰਾਖੀ ਆਪ ਕਰਨੀ ਸਿੱਖੋ। ਆਖੋ ਸਤਨਾਮ। ਵਾਹਿਗੁਰੂ। ਵੈਸੇ ਤਾਂ ਅੰਮ੍ਰਿਤ ਛਕਣ ਤੋਂ ਆਪਾਂ ਕਰ ਗਏ ਕਿਨਾਰਾ ਗੁਰਮੁਖ। ਇਹ ਸ੍ਰੀ ਸਾਹਿਬਾਂ ਕੋਈ ਗੁਰੂ ਜੀ ਨੇ ਵਿਖਾਵੇ ਨੂੰ ਨਹੀਂ ਸੀ ਪਾਈਆਂ। ਇਹ ਸਾਨੂੰ ਆਪਣੀ ਰਾਖੀ ਆਪ ਕਰਨੀ ਸਿਖਾਈ ਸੀ। ਸੋ ਇਸ ਕਰਕੇ ਕਲਗੀਧਰ ਦੇ ਪੁੱਤਰ ਧੀਓ ਅੰਮ੍ਰਿਤ ਧਾਰੀ ਹੋ ਕੇ ਜੀਓ। ਖੰਡੇ ਬਾਟੇ ਦਾ ਅੰਮ੍ਰਿਤ ਛਕੋ। ਸੂਰਬੀਰਤਾ ਕਾਇਮ ਰਹੇ। ਇਹ 21ਵਾਂ ਗੁਣ ਹੈ। ਤੇ ਅੱਗੇ ਗੁਣ ਹੈ ਰਾਗ ਦਾ। ਕੋਈ ਰੱਬ ਦਾ ਨਾਮ ਜਪਣਾ ਹੈ, ਕਥਾ ਕੀਰਤਨ ਕਹਿ ਲੋ ਜਾਂ ਮਿੱਠਾ ਬੋਲਣਾ ਸੁਭਾਅ ਕਹਿ ਲੋ। 21ਵਾਂ ਗੁਣ। 22ਵਾਂ ਗੁਣ ਹੈ ਕਾਵੀ। ਕੋਈ ਵਿਆਹ ਸ਼ਾਦੀ ਹੈ ਉਦੋਂ ਕਹੇ ਜੇ ਗੀਤ ਗਾਉਣੇ ਹੈ, ਕਹੇ ਜੇ ਸ਼ਬਦ ਬੋਲਣੇ ਹੈ। ਕਈ ਤਾਂ ਹੁੰਦਾ ਵਿਆਹ ਬੋਲੀਆਂ ਪਾਉਂਦੀਆਂ ਇੱਕ ਦੂਜੇ ਨੂੰ ਮਿਹਣੇ ਹੀ ਦੇਈ ਜਾਂਦੀਆਂ। ਤੇ ਮਹਾਰਾਜ ਕਹਿੰਦੇ ਅਸੀਸਾਂ ਦਿਆ ਕਰੋ ਪੂਤਾ ਮਾਤਾ ਕੀ ਅਸੀਸ। ਨਿਮਖ ਨ ਵਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼। ਕੋਈ ਤੁਹਾਡੇ ਪੈਰੀਂ ਹੱਥ ਲਾ ਰਿਹਾ ਹੈ ਜਾਂ ਕੋਈ ਖੁਸ਼ੀ ਦਾ ਮੌਕਾ ਹੈ
ਗੀਤ ਗਾਓ ਪਰ ਗੰਦੇ ਗੀਤ ਨਹੀਂ ਗਾਉਣੇ ਭਾਈ। ਚੰਗੇ ਗੀਤ ਗਾਓ ਜਿਹਦੇ ਵਿੱਚ ਕੋਈ ਰੱਬ ਦੀ ਯਾਦ ਹੋਵੇ। ਕਈ ਬਜ਼ੁਰਗ ਮਾਈਆਂ ਵਿਆਹਾਂ ਸ਼ਾਦੀਆਂ ਮੌਕੇ ਵੀ ਜਨਮ ਗੁਰਾਂ ਦਾ, ਪਟਨੇ ਸਾਹਿਬ ਦਾ, ਆਨੰਦਪੁਰ ਡੇਰਾ ਸੀ, ਗਾਉਂਦੀਆਂ। ਇਹ ਗਾਉਣ ਦਾ ਵੀ ਪਤਾ ਹੋਵੇ ਕਿਹੜੇ ਵੇਲੇ ਕਿਹੇ ਜਿਹਾ ਰਾਗ ਗਾਉਣਾ ਹੈ। ਤੇ ਅੱਗੇ ਭਾਈ 22ਵਾਂ ਗੁਣ ਹੈ, 24ਵਾਂ ਚਿੱਤਰਕਾਰੀ, ਕਲਾ ਵੀ ਹੋਣੀ ਚਾਹੀਦੀ। ਚਿੱਤਰਕਾਰੀ ਹੋਵੇ ਤੁਹਾਡੇ ਵਿੱਚ। 25ਵਾਂ ਗੁਣ ਹੈ ਔਸ਼ਧੀ। ਘਰ ਪਰਿਵਾਰ ਵਿੱਚ ਰਹਿੰਦਿਆਂ ਹੋਇਆਂ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਕਿਹੇ ਜੇ ਸਮੇਂ ਕਿਹੋ ਜਿਹਾ ਖਾਣਾ ਤਿਆਰ ਕਰਨਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਥੋੜਾ ਬਹੁਤਾ ਘਰ ਵਿੱਚ ਦੇਸੀ ਦਵਾਈਆਂ, ਜੜੀ ਬੂਟੀਆਂ ਦਾ ਵੀ ਖਿਆਲ ਰੱਖਣਾ ਵੀ ਹੁਣ ਠੰਡ ਹੈ, ਬਜ਼ੁਰਗ ਬਾਪੂ ਪਿਆ ਜਾਂ ਬੱਚੇ ਨੇ, ਨਿਆਣੇ, ਇਹਨਾਂ ਨੂੰ ਠੰਡ ਦੇ ਮੌਕੇ ਆਪਾਂ ਗਰਮ ਚੀਜ਼ਾਂ ਖਵਾਈਏ। ਤੇ ਜੇ ਗਰਮੀ ਆ ਉਦੋਂ ਠੰਡੀਆਂ ਵਸਤਾਂ ਖਵਾਈਏ। ਕਿਹੋ ਜਿਹੇ ਵਸਤਰ ਦੇਣੇ ਆ, ਕਿਹੇ ਜਿਹੇ ਕੱਪੜੇ ਦੇਣੇ ਆ, ਇਹ ਵੀ ਜ਼ਰੂਰੀ ਹੈ। 26ਵਾਂ ਗੁਣ ਹੈ ਰਸੋਈ ਦਾ। ਖਾਣਾ ਦਾਣਾ ਕਿਹੋ ਜਿਹਾ ਬਣਾਉਣਾ ਹੈ, ਇਹ ਵੀ ਬੀਬੀਆਂ ਨੂੰ ਆਉਣਾ ਚਾਹੀਦਾ ਹੈ। ਤੇ ਮੈਨੂੰ ਮਾਫੀ ਦਿਓ, ਮੈਂ ਗੱਲ ਕਹਿ ਦਿਆਂ, ਹੁਣ ਪੜ੍ਹ ਲਿਖ ਤਾਂ ਬਹੁਤ ਗਏ, ਪਰ ਬਹੁਤ ਧੀਆਂ ਉਹ ਜਿਹੀਆਂ, ਕਈਆਂ ਨੂੰ ਰੋਟੀ ਤੱਕ ਨਹੀਂ ਬਣਾਉਣੀ ਆਉਂਦੀ। ਪੜ੍ਹਾਓ ਲਿਖਾਓ, ਉੱਚੇ ਅਹੁਦਿਆਂ ਤੇ ਪਹੁੰਚਾਓ, ਪਰ ਇੰਨੀ ਕੁ ਸੋਚ ਨਾ ਰੱਖਿਆ ਕਰੋ ਵੀ ਪੜ੍ਹ ਲਿਖ ਕੇ ਮੁੰਡਾ ਜਾਂ ਕੁੜੀ ਨੂੰ ਅਸੀਂ ਨੌਕਰ ਬਣਾਉਣਾ। ਨੌਕਰੀ ਕਦੇ ਮਾਲਕ ਬਣਨ ਬਾਰੇ ਵੀ ਸੋਚ ਲਿਆ ਕਰੋ। ਜੇ ਸਾਡੀਆਂ ਪੜ੍ਹਾਈਆਂ ਇਹੀ ਸੋਚ ਕੇ ਕਰਾਂਗੇ ਵੀ ਮੁੰਡੇ ਕੁੜੀ ਨੂੰ ਨੌਕਰੀ ਮਿਲ ਜੇ, ਫਿਰ ਨੌਕਰੀ ਪੈਦਾ ਹੋਣਗੇ, ਮਾਲਕ ਨਹੀਂ ਬਣਨਗੇ। ਗੁਰਮੁਖ ਸਾਡੇ ਪੀਰਾਂ ਪੈਗੰਬਰਾਂ ਨੇ ਸਾਨੂੰ ਮਾਲਕ ਬਣਾਇਆ ਇੱਥੇ। ਗੁਰਮੁਖ ਰਸੋਈ ਦਾ ਗੁਣ ਵੀ ਹੋਣਾ ਚਾਹੀਦਾ ਹੈ। ਸਿਉਣ ਦੀ ਕਲਾ ਵੀ ਹੋਣੀ ਚਾਹੀਦੀ ਹੈ, ਕਿਉਂਕਿ ਬੀਬੀਆਂ ਦਾ ਕੰਮ ਹੁੰਦਾ ਕੋਈ ਕੱਪੜਾ ਫਟ ਗਿਆ ਤਾਂ ਸਿਉਣਾ। ਇਹ ਮੈਂ 32 ਗੁਣ ਜਿਹੜੇ ਗੁਰੂ ਗ੍ਰੰਥ ਸਾਹਿਬ 'ਚ ਦੱਸੇ ਆ ਉਹਨਾਂ ਦਾ ਜ਼ਿਕਰ ਕਰ ਰਿਹਾ। ਪਰਾਉਣ ਦੀ ਕਲਾ ਵੀ ਹੋਣੀ ਚਾਹੀਦੀ ਹੈ। ਕਿਹੜੇ ਮੌਕੇ ਕਿਹੋ ਜਿਹਾ ਆਰ ਸ਼ਿੰਗਾਰ ਕਰਨਾ ਹੈ, ਘਰ ਸ਼ਿੰਗਾਰ, ਘਰ ਦੇ ਵਿੱਚ ਕਿਹੜੀ ਚੀਜ਼ ਕਿੱਥੇ ਸ਼ੋਭਾ ਪਾਉਂਦੀ ਹੈ, ਉਹ ਵੀ ਮਾਈਆਂ ਦਾ ਕੰਮ ਹੁੰਦਾ ਹੈ। ਉਹ ਗੁਣ ਜ਼ਰੂਰੀ ਹੈ। ਤੇ ਅੱਗੇ ਜਿਹੜਾ ਗੁਣ ਹੈ ਭਾਈ 30ਵਾਂ, ਉਹ ਹੈ ਬਜ਼ੁਰਗਾਂ ਦਾ ਸਤਿਕਾਰ। ਘਰ ਵਿੱਚ ਬਜ਼ੁਰਗ ਬੈਠੇ ਆ, ਚਾਹੇ ਉਹ ਮਾਂ ਬਾਪ ਹੈ, ਚਾਹੇ ਉਹ ਸੱਸ ਸਹੁਰਾ ਨੇ, ਉਹਨਾਂ ਦਾ ਵੀ ਅਦਬ ਸਤਿਕਾਰ ਮੁੱਖ ਰੱਖਣਾ ਹੈ। ਕਿਉਂਕਿ ਘਰ ਦੀ ਜ਼ਿੰਮੇਵਾਰੀ ਤੁਹਾਡੇ ਸਿਰ ਤੇ ਹੈ। ਜੇ ਤਾਂ ਕੋਈ ਹੋਵੇ ਨੌਕਰੀ ਪੇਸ਼ੇ ਵਾਲੀ, ਉਹਦਾ ਤਾਂ ਚਲੋ ਆਪਾਂ ਕਹਿ ਨਹੀਂ ਸਕਦੇ, ਕਿਉਂਕਿ ਡਿਊਟੀ ਜਾਊਗਾ, ਘਰ ਦਾ ਕੰਮ ਕਰੂ। ਪਰ ਜਿਨ੍ਹਾਂ ਦੀ ਜ਼ਿੰਮੇਵਾਰੀ ਘਰ ਦੀ ਹੈ, ਉਹਨਾਂ ਦਾ ਇਹ ਵੀ ਫਰਜ਼ ਬਣਦਾ ਬਜ਼ੁਰਗਾਂ ਦਾ ਅਦਬ ਸਤਿਕਾਰ ਮੁੱਖ ਰੱਖੇ। ਤੇ ਜੇ ਕੋਈ ਘਰੇ ਰਿਸ਼ਤੇਦਾਰ ਆ ਗਿਆ, 4 ਭੈਣ ਭਾਈ ਪ੍ਰਾਹੁਣੇ ਆ ਗਏ, ਕਿਹਨਾਂ ਨਾਲ ਕਿਸ ਮੌਕੇ ਕਿਹੇ ਜਿਹਾ ਵਿਹਾਰ ਕਰਨਾ ਹੈ, ਉਹਨਾਂ ਦਾ ਸਤਿਕਾਰ ਕਿਵੇਂ ਕਰਨਾ ਹੈ, ਇਹ ਵੀ ਇੱਕ ਔਰਤ ਦੀ ਜ਼ਿੰਮੇਵਾਰੀ ਹੈ। ਤੇ ਅੱਗੇ ਜਿਹੜਾ 32ਵਾਂ ਗੁਣ ਹੈ, ਉਹ ਹੈ ਭਾਈ ਸੰਤਾਨ ਦੀ ਪਾਲਣਾ। ਬੱਚਿਆਂ ਨੂੰ ਕਿਹੇ ਜਿਹੀ ਸਿੱਖਿਆ ਦੇਣੀ ਹੈ। ਬੱਚਿਆਂ ਦੇ ਸਾਹਮਣੇ ਲੜਾਈ ਕਲੇਸ਼ ਘਰ 'ਚ ਨਹੀਂ ਕਰਨਾ, ਕਿਉਂਕਿ ਸਾਡੇ ਤੋਂ ਹੀ ਸਿੱਖਦੇ ਆ। ਜਦੋਂ ਬੁਰੇ ਭਲੇ ਬੋਲ ਆਪਾਂ ਬੋਲਦੇ ਆ, ਉਹੇ ਜਿਹਾ ਬੱਚੇ ਸਿੱਖ ਜਾਂਦੇ ਆ। ਇਹ ਸਿਖਾਇਆਂ ਤੋਂ ਨਹੀਂ ਸਿੱਖਦੇ, ਜੋ ਦੇਖਦੇ ਆ ਜਾਂ ਸੁਣਦੇ ਆ ਉਹੀ ਸਿੱਖ ਰਹੇ ਆ। ਆਖੋ ਸਤਨਾਮ। ਤੇ ਹੁਣ ਵਿਗੜੇ ਕਿਉਂ ਗੁਰਮੁਖੋ? ਕਿਉਂਕਿ ਕੋਈ ਟੀਵੀ ਚੈਨਲ ਖੋਲ ਲਓ, ਕੋਈ ਘਰ ਦੀ ਵਸਤੂ ਲੈਣ ਲੱਗ ਜਾਓ, ਬਸ ਫੋਟੋਆਂ ਹੀ ਇਹੋ ਜਿਹੀਆਂ ਦਿਖਾਈਆਂ ਜਾਂਦੀਆਂ ਜਿਹਦੇ ਨਾਲ ਵਿਚਾਰ ਹੀ ਗਲਤ ਹੋ ਰਹੇ। ਇਹ ਸਿਸਟਮ ਉਲਝ ਗਿਆ ਸਾਰਾ। ਸਤਿਗੁਰ ਕਿਰਪਾ ਕਰੇ, ਆਨੰਦ ਕਾਰਜ ਹੁੰਦੇ ਐ, ਵਿਆਹ ਹੁੰਦੇ ਐ, ਆ ਜਿਹੜੀਆਂ ਵਿਚਾਰਾਂ ਮੈਂ ਕੀਤੀਆਂ ਚਾਹੀਦੀਆਂ ਤਾਂ ਉਦੋਂ ਕਰਨੀਆਂ। ਇਹ ਮੈਂ ਕੋਲੋਂ ਨਹੀਂ ਕਹਿ ਰਿਹਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪੜ੍ਹੋ। ਮਹਾਰਾਜ ਕਹਿੰਦੇ, ਢੂੰਢੇਂਦੀਏ ਸੁਹਾਗ ਕੂ ਤਉ ਤਨ ਕਾਈ ਕੋਰ, ਜਿਨ੍ਹਾਂ ਨਾਉ ਸੁਹਾਗਣੀ ਤਿੰਨਾ ਝਾਕ ਨਾ ਹੋਰ। ਐ ਭੈਣ, ਐ ਬੀਬੀ, ਸਿਆਣੀ ਸੂਝਵਾਨ ਔਰਤ, ਤੈਨੂੰ ਤਾਂ ਸੁਹਾਗਣ ਮੰਨਿਆ ਜਾਂਦਾ ਹੈ ਜੇ ਤੂੰ ਆਪਣਾ ਘਰ ਛੱਡ ਕੇ ਕਿਤੇ ਹੋਰ ਨਾ ਤੱਕੇ। ਇਹ ਗੁਰਬਾਣੀ ਦਾ ਬਚਨ ਹੈ। ਇਹ 32 ਗੁਣ ਨੇ ਭਾਈ ਜਿਹੜੀ ਆਪਾਂ ਵਿਚਾਰ ਕੀਤੀ ਹੈ। ਇਹ ਗੁਣ ਆਪਣੇ 'ਚ ਲਿਆਉਣੇ ਹੈ ਤਾਂ ਪੈ ਜੂ ਕਦਰ, ਤੇ ਨਹੀਂ ਤਾਂ ਫਿਰ ਦੁਨੀਆ ਦਾ ਹਾਲ ਆਪਾਂ ਦੇਖੀ ਜਾਂਦੇ ਆ। ਤੇ ਜਿਹੜੀਆਂ ਗੱਲਾਂ ਕੀਤੀਆਂ ਜਾਂਦੀਆਂ, ਕਈ ਕਹਿੰਦੇ ਪੁੱਤਾਂ ਧੀਆਂ ਨਾਲ ਸੰਸਾਰ ਵਿੱਚ ਸਾਂਝ ਹੁੰਦੀ ਹੈ। ਇਹ ਤਾਂ ਠੀਕ ਹੈ। ਮੰਨ ਲਓ ਪਤੀ ਪਤਨੀ ਦਾ ਰੌਲਾ ਪੈ ਗਿਆ, ਕਈ ਵਾਰੀ ਬੱਚਿਆਂ ਦੇ ਮੂੰਹ ਨੂੰ ਆਪਾਂ ਚੁੱਪ ਕਰ ਜਾਂਦੇ ਹਾਂ। ਸਾਂਝ ਤਾਂ ਜ਼ਰੂਰ ਬਣ ਜਾਂਦੀ ਹੈ,
ਪਰ ਜਿਹੜੀ ਗੱਲ ਹੈ ਦੁਨੀਆ ਵਿੱਚ ਸਤਕਾਰ ਦੀ, ਇਹ ਜ਼ਰੂਰੀ ਨਹੀਂ ਵੀ ਪੁੱਤਾਂ ਜਾਂ ਧੀਆਂ ਕਰਕੇ ਹੀ ਹੋਣਾ ਹੈ। ਇਹ ਹੋਣਾ ਭਾਈ ਤੇਰੇ ਗੁਣ ਔਗਣ ਕਰਕੇ। ਆਖੋ ਸਤਨਾਮ ਵਾਹਿਗੁਰੂ। ਜੇ ਗੁਣ ਨੇ ਤੇ ਹੋ ਜੂ ਸਤਕਾਰ। ਜੇ ਜੀਵਨ ਔਗਣਾਂ ਨਾਲ ਭਰਿਆ ਹੈ, ਫਿਰ ਨਾ ਸੋਹਣੇ ਰੰਗ ਦੀ ਕਦਰ ਪਵੇ, ਨਾ ਉੱਚੇ ਘਰ ਦੀ ਕਦਰ ਪਵੇ, ਫਿਰ ਤਾਂ ਫਿਟਕਾਰ ਹੀ ਪੱਲੇ ਪੈਂਦੀ। ਤੇ ਜੀਵਨ ਕਿੱਦਾਂ ਦਾ ਹੋਵੇ, ਇਹ ਵਿਚਾਰਾਂ ਆਪਾਂ ਕੀਤੀਆਂ। ਸਤਿਗੁਰ ਕਿਰਪਾ ਕਰਨ, ਵਿਚਾਰ ਕਰਨੀ ਚਾਹੁੰਨਾ। ਆਓ ਹੁਣ ਸੁਰਤੀਆਂ ਲੈ ਕੇ ਚੱਲੀਏ ਸੱਚਖੰਡ ਸ੍ਰੀ ਹਜੂਰ ਸਾਹਿਬ ਗੁਰੂ। ਕਿਉਂਕਿ ਕਥਾ ਕੀਰਤਨ ਦੇ ਰਾਹੀਂ ਸੁਰਤੀ ਦੁਆਰਾ ਆਪਾਂ ਦਰਸ਼ਨ ਕਰਨੇ ਆ ਧਰਮ ਸਥਾਨਾਂ ਦੇ। ਧੰਨ ਧੰਨ ਮਾਤਾ ਸਾਹਿਬ ਕੌਰ ਜੀ, ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਧਰਮ ਪਤਨੀ ਹੈ ਮਾਤਾ ਸਾਹਿਬ ਕੌਰ, ਜਿਹਦੇ ਪੇਟੋਂ ਬਾਲ ਬੱਚਾ ਤਾਂ ਕੋਈ ਨਹੀਂ ਪੈਦਾ ਹੋਇਆ, ਪਰ ਅੱਜ ਉਹਨੂੰ ਖਾਲਸੇ ਦੀ ਮਾਤਾ ਕਹਿ ਕੇ ਸਤਿਕਾਰ ਮਿਲਦਾ ਹੈ। ਆਖੋ ਸਤਨਾਮ। ਕਿਉਂ ਸਤਿਕਾਰ ਮਿਲਦਾ? ਕਿਉਂਕਿ ਉਹਨਾਂ ਨੇ ਨਿਮਰਤਾ, ਧੀਰਜ, ਸੰਜਮ, ਭਗਤੀ, ਆ ਜਿੰਨੇ ਗੁਣ ਦੱਸੇ ਆ, ਇਹ ਸਾਰੇ ਗੁਣ ਆਪਣੇ ਚ ਲਿਆਂਦੇ ਗੁਰੂ। ਦੀਨ ਦੁਨੀਆ ਦੇ ਪਾਤਸ਼ਾਹ। ਗੁਰੂ ਦੀ ਜੇ ਲੋੜ ਹੋਵੇ, ਗੁਰੂ ਵੀ ਅਜਿਹਾ ਹੋਵੇ। ਗੁਰੂ ਦੀ ਜੇ जैसे दशमेश माता गुजरी दे लाल जी। दशमेश माता गुजरी दे लाल जी। बार परवार देवे बच्चियां समेत सारा। बार परवार देवे बच्चियां समेत सारा। देश कौम उत्तों कुर्बान बाल बाल जी। देश कौम कुर्बान बाल बाल जी। गुरु दी जे लोड़ होवे, गुरु भी अजेहा होवे। गुरु दी जे लोड़ होवे, गुरु भी अजेहा होवे। जैसे दशमेश माता गुजरी दे लाल जी। जैसे दशमेश माता गुजरी दे लाल जी। लोड़ पई जे किते धर्म अजमावणे दी। लोड़ पई जे किते धर्म अजमावणे दी। आप अग विचों लवे, पाप अग विचों लवे। सिख नूं निकाल जी। पाप अग विचों लवे, सिख नूं निकाल जी। गुरु दी जे लोड़ होवे, गुरु भी अजेहा होवे। गुरु दी जे लोड़ होवे, गुरु भी अजेहा होवे। ऐसा होवे गुरु धन गुरु गोबिंद सिंह महाराज वर्गा। चलदे चलदे सतगुर पहुंचे है नंदेड़, जिन्हों सचखंड श्री हजूर साहब कहते। गोदावरी नदी वगदी है, जिथे गुरुद्वारा नगीना घाट है ना, पहला उत्थे गए सी गुरु। उत्थे बैठे बैठिया ने विचारां चल रही सी ते एक तीर चलाया गुरमुख। ते जदों चलाया तीर गोदावरी दे कंढे तो वो डिग्या आके जिथे तख्त साहब बने, गुरुद्वारा साहब बने ना मेन, जिथे जाके नमस्कार करते सचखंड श्री हजूर साहब। ते महाराज दे सिख विचार करते हैं भी सच्चे पातशाह अज अचन चेत विचारां करदियां करदियां ने जिहड़ा तीर चलाया है कि की कारण। सतगुर कहंदे भाई इत्थे साडा सतयुग वेले दा प्रातन तप स्थान है। सतयुग वेले दा हुण कई बारी आपां भी देखदे ना, कई बच्चे जन्म लैंदे आ, वो पछाण लैंदे आ भी फलानी साडी मां सी पहलां, फलाना साडा रिश्तेदार सी, हुंदा है आम भी। ते गुरु गोबिंद सिंह महाराज नूं कोई आम समझदे हो तुसीं? उन्हां वर्गा तां है ही नहीं कोई। वाह प्रगट्यो मर्द अगमड़ा वरियाम अके।
ਦੱਸ ਤਾਂ ਕਹਿੰਦੇ ਸਤਜੁਗ ਵੇਲੇ ਵੀ ਅਸੀਂ ਇੱਥੇ ਤਪ ਕੀਤਾ, ਭਗਤੀ ਕੀਤੀ ਹੈ, ਕਿਉਂਕਿ ਨੰਦੇੜ ਜਿਹੜਾ ਨਾਂ ਪਿਆ ਨਾ, ਇੱਥੇ 9 ਰਿਖੀ ਬਹਿ ਕੇ ਤਪ ਕਰਦੇ ਹੁੰਦੇ ਸੀ ਪੁਰਾਣੇ ਸਮੇਂ। ਗੌਤਮ ਰਿਖੀ ਦਾ ਵੀ ਉੱਥੇ ਸਥਾਨ ਹੈ, ਹਨੂਮਾਨ ਦੀ ਮਾਤਾ ਅੰਜਨੀ ਦਾ ਸਥਾਨ ਹੈ, ਬਹੁਤ ਤਪ ਸਥਾਨ ਨੇ ਗੁਰਮੁਖ। ਹੁਣ ਮਹਾਰਾਜ ਕਹਿੰਦੇ ਇੱਥੇ ਸਾਡਾ ਪ੍ਰਾਤਨ ਤਪ ਸਥਾਨ ਹੈ, ਜਾਓ, ਜਿੱਥੇ ਜਾ ਕੇ ਤੀਰ ਡਿੱਗੂਗਾ ਉਹ ਸਾਡੀ ਸਤਜੁਗ ਵੇਲੇ ਦੀ ਜਗ੍ਹਾ ਹੈ। ਤੇ ਜਦੋਂ ਸਿੱਖ ਗਏ, ਉੱਥੇ ਪੁਰਾਣੀ ਮਸਜਿਦ ਸੀ ਜਿਹੜੀ ਥੇ ਹੋ ਚੁੱਕੀ ਸੀ ਗੁਰੂ ਪੁਰਾਣੀ, ਤੇ ਉੱਥੇ ਗਏ, ਜਾ ਕੇ ਦੇਖਿਆ ਵੀ ਤੀਰ ਤਾਂ ਇੱਥੇ ਡਿੱਗਿਆ ਹੋਇਆ। ਜਾ ਕੇ ਸਿੱਖਾਂ ਨੇ ਉਹਦੀ ਸਾਫ਼ ਸਫਾਈ ਕਰਨੀ ਸ਼ੁਰੂ ਕਰਤੀ ਕਿ ਗੁਰੂ ਜੀ ਦਾ ਤਪ ਸਥਾਨ ਹੈ। ਤੇ ਜਦੋਂ ਸਾਫ਼ ਸਫਾਈ ਕਰਕੇ ਸਿੱਖ ਸੰਗਤਾਂ ਨੇ ਡੇਰਾ ਲਾ ਲਿਆ, ਗੁਰੂ ਗੋਬਿੰਦ ਸਿੰਘ ਜਾ ਪਹੁੰਚੇ, ਤਾਂ ਜਿਹੜੇ ਗੁਰਮੁਖ ਪਿਆਰੇ ਉਥੋਂ ਦੇ ਮਾਲਕ ਸੀਗੇ ਨਾ, ਤੇ ਜਾ ਕੇ ਬਹਾਦਰ ਸ਼ਾਹ ਕੋਲੇ ਸ਼ਿਕਾਇਤ ਕੀਤੀ, ਕਿਉਂਕਿ ਬਹਾਦਰ ਸ਼ਾਹ ਬਾਦਸ਼ਾਹ ਉਦੋਂ ਨਾਲ ਸੀ। ਕਹਿੰਦੇ ਜੀ ਇੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਆਏ ਨੇ ਤੇ ਉਹਨਾਂ ਨੇ ਤਾਂ ਸਾਡੀ ਮਸਜਿਦ ਜਿਹੜੀ ਪੁਰਾਣੀ ਵੱਡੇ ਵਡੇਰਿਆਂ ਦੀ ਯਾਦਗਾਰ ਸੀ ਉਹਦੀ ਸਾਫ਼ ਸਫਾਈ ਕਰਕੇ ਆਪਣਾ ਟਿਕਾਣਾ ਬਣਾਉਣਾ ਸ਼ੁਰੂ ਕਰਤਾ। ਬਹਾਦਰ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲੇ ਗੱਲ ਕੀਤੀ, ਕਹਿੰਦਾ ਸੱਚੇ ਪਾਤਸ਼ਾਹ ਆਪਾਂ ਆਏ ਆ ਇੱਥੇ ਨਵੇਂ ਨਵੇਂ, ਦੱਖਣ ਦਾ ਰਾਜ ਜਿੱਤ ਕੇ ਮੈਂ ਆਪਣੇ ਚ ਮਿਲਾ ਲਿਆ, ਪਰ ਮੈਂ ਨਹੀਂ ਚਾਹੁੰਦਾ ਵੀ ਆਪਣੇ ਆਉਣ ਨਾਲ ਇੱਥੇ ਵਿਰੋਧ ਖੜਾ ਹੋਵੇ। ਜੇ ਟਿਕਾਣਾ ਹੀ ਬਣਾਉਣਾ ਕਿਤੇ ਹੋਰ ਬਣਾ ਲੈਨੇ ਆ। ਮਹਾਰਾਜ ਕਹਿੰਦੇ ਹੋਰ ਤਾਂ ਬਣਾਈਏ ਜੇ ਪਹਿਲਾਂ ਨਾ ਹੋਵੇ, ਇਹ ਤਾਂ ਪ੍ਰਾਤਨ ਸਾਡਾ ਸਥਾਨ ਹੈ, ਜੇ ਨਹੀਂ ਤਾਂ ਦਿਖਾ ਦਿੰਨੇ ਆ। ਕਹਿੰਦਾ ਜੀ ਦਿਖਾਓ। ਫਿਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਏਦਾਂ ਕਰੋ, 5 ਹੱਥ ਟੋਆ ਪੱਟੋ। 5 ਹੱਥ ਹੁੰਦਾ 2.5 ਗਜ ਦਾ। ਗੁਰੂ ਕਹਿੰਦੇ 2.5 ਗਜ ਦਾ ਟੋਆ ਪੱਟੋ। ਜਦੋਂ ਟੋਆ ਪੱਟਿਆ ਤਾਂ ਥੱਲੇ ਤੇ ਇੱਕ ਗੁਫਾ ਨਿਕਲੀ ਸੀ। ਗੁਫਾ ਗੁਰੂ ਜਦੋਂ ਗੁਫਾ ਨਿਕਲੀ, ਸਤਿਗੁਰ ਕਹਿੰਦੇ ਇੱਥੇ ਬੈਠ ਕੇ ਅਸੀਂ ਪੁਰਾਣੇ ਸਮੇਂ ਤਪ ਕਰਦੇ ਰਹੇ ਹਾਂ। ਅਸਥਾਨ ਤਾਂ ਸਾਡਾ ਹੀ ਹੈ, ਜਿਹੜੀ ਮਾਇਆ ਚਾਹੀਦੀ ਹੈ ਲੈ ਲਓ। ਫਿਰ ਉਹਨਾਂ ਮੁਸਲਮਾਨ ਭਰਾਵਾਂ ਨੂੰ ਮਾਇਆ ਦੇ ਕੇ ਇਹ ਤਖਤ ਸਾਹਿਬ ਸੱਚਖੰਡ ਸ੍ਰੀ ਹਜੂਰ ਸਾਹਿਬ ਵਾਲੀ ਜਗ੍ਹਾ ਮੁੱਲ ਖਰੀਦੀ ਸੀ। ਤੇ ਨਾਲੇ ਸਤਿਗੁਰ ਕਹਿੰਦੇ ਭਾਈ ਜਦੋਂ ਵੀ ਕੋਈ ਤੁਹਾਨੂੰ ਦੁੱਖ ਸੁੱਖ ਆਊਗਾ ਨਾ, ਕੋਈ ਗਮੀ ਸ਼ਾਦੀ ਹੈ, ਕੋਈ ਤੁਹਾਡਾ ਤਿਉਹਾਰ ਹੈ, ਜਿਵੇਂ ਈਦ ਮਨਾਉਂਦੇ ਹੈ, ਉਦੋਂ ਤੁਹਾਨੂੰ ਰਸਤ ਪਾਣੀ ਨਾਲੇ ਲੋੜੀ ਦੀ ਮਾਇਆ ਸਾਡੇ ਵੱਲੋਂ ਮਿਲਿਆ ਕਰੂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਤੱਕ ਮੇਰੇ ਉਸਤਾਦ ਜੀ ਦੱਸਦੇ ਹੁੰਦੇ 1971 ਵਿੱਚ ਗਏ ਸੀ ਬਾਬਾ ਜੀ ਵੱਡੇ ਸਾਡੇ, 1971 ਵਿੱਚ ਗਏ ਸੀ। ਉਹ ਕਹਿੰਦੇ ਉੱਥੇ 2 ਭਰਾ ਸੀ, ਅਬਦੁਲ ਸਮੁੱਦ ਖਾਂ ਤੇ ਮੁਹੰਮਦ ਲੁਫਤ ਉੱਲਾ ਖਾਂ। ਉਹਨਾਂ ਨੇ ਸਾਨੂੰ ਦੱਸਿਆ ਵੀ ਹੁਣ ਤੱਕ ਸਾਨੂੰ ਤਖਤ ਸਾਹਿਬ ਵੱਲੋਂ ਲੋੜੀ ਦੀ ਮਾਇਆ ਤੇ ਈਦ ਵੇਲੇ ਰਸਤ ਮਿਲਦੀ ਰਹੀ, ਪਰ ਜਦੋਂ ਤੋਂ ਹਜੂਰ ਸਾਹਿਬ ਦਾ ਪ੍ਰਬੰਧ ਇੱਕ ਕਮੇਟੀ ਕਹਿ ਲੋ, ਬੋਰਡ ਕਹਿ ਲੋ, ਬੋਰਡ ਦੇ ਹੱਥਾਂ 'ਚ ਆ ਗਿਆ, ਤਾਂ ਜੋ ਸਾਨੂੰ ਤਖਤ ਸਾਹਿਬ ਵੱਲੋਂ ਮਿਲਦਾ ਸੀ ਉਹਦੇ 'ਚ ਉਹਨਾਂ ਨੇ ਕੱਟਤਾ ਬਹੁਤ ਕੁਛ। ਅੱਜ ਵੀ ਕਿਤੇ ਜਾਓ, ਵਜੀਫਾਬਾਦ ਮਹੱਲਾ ਹੈ ਉੱਥੇ, ਕਿਲਾ ਕਦੀਮ ਆਬਾਦ ਰੋਡ, ਉੱਥੇ ਉਹਨਾਂ ਦੇ ਵੱਡੇ ਵਡੇਰਿਆਂ ਦੀ ਸੰਤਾਨ ਹੁਣ ਵੀ ਵਸਦੀ ਹੈ, ਜਿਨ੍ਹਾਂ ਤੋਂ ਜਗ੍ਹਾ ਮੁੱਲ ਲਈ ਸੀ। ਚਲੋ ਇਤਿਹਾਸ ਵੱਲ ਤੁਰੀਏ। ਸਤਿਗੁਰ ਜੀ ਨੇ ਜਗ੍ਹਾ ਲੈ ਲਈ ਮੁੱਲ, ਟਿਕਾਣਾ ਬਣਨਾ ਸ਼ੁਰੂ ਹੋ ਗਿਆ। ਤੇ ਜਿਹੜਾ ਪਰਿਵਾਰ ਸੀ ਆਪਣਾ, ਮਾਤਾ ਸਾਹਿਬ ਕੌਰ ਜੀ ਨਾਲ ਸਨ, ਇਹਨਾਂ ਨੇ ਗੋਦਾਵਰੀ ਦੇ ਕੰਢੇ ਪਰੇ ਦੂਰ ਡੇਰਾ ਕੀਤਾ। ਉਹ ਸ਼ਾਹੀ ਬਾਦਸ਼ਾਹ ਬਹਾਦਰ ਸ਼ਾਹ ਵੱਲੋਂ ਆਪਣੇ ਵੱਲੋਂ ਜਗ੍ਹਾ ਦਿੱਤੀ ਗਈ ਸੀ। ਉੱਥੇ ਮਾਤਾ ਜੀ ਦਾ ਟਿਕਾਣਾ, ਲੰਗਰ ਗੁਰੂ ਸਾਹਿਬ ਦੋਵੇਂ ਟਾਈਮ ਜਾ ਕੇ ਮਾਤਾ ਸਾਹਿਬ ਕੌਰ ਜੀ ਕੋਲੇ ਛਕਦੇ ਹੋ। ਇਹ ਵੀ ਖਿਆਲ ਰੱਖਿਓ ਬੀਬੀਓ, ਇੱਕ ਤਾਂ ਮਾਤਾ ਸਾਹਿਬ ਕੌਰ ਸੀ, ਇੱਕ ਬਾਬਾ ਬੁੱਢਾ ਜੀ ਦੀ ਵੰਸ਼ ਵਿੱਚੋਂ ਭਾਈ ਰਾਮ ਕੋਇਰ ਜੀ ਹੋਏ ਨੇ, ਜਿਨ੍ਹਾਂ ਨੇ ਪਰਨ ਕੀਤਾ ਸੀ ਕਿ ਜਿੰਨਾ ਚਿਰ ਅਸੀਂ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਨਹੀਂ ਕਰਦੇ, ਅਸੀਂ ਅੰਨ ਜਲ ਮੂੰਹ ਨੂੰ ਨਹੀਂ ਲਾਉਣਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਲੰਗਰ ਨਹੀਂ ਸੀ ਛਕਦੇ ਜੇ ਗੁਰੂ ਸਾਹਿਬ ਨੂੰ ਨਾ ਦੇਖਦੇ। ਜਦੋਂ ਤੋਂ ਇੱਥੋਂ ਗਏ ਸੀ ਦਮਦਮਾ ਸਾਹਿਬ ਤੋਂ ਹਜੂਰ ਸਾਹਿਬ, ਪਰਨ ਸੀ ਉਹਨਾਂ ਦਾ। ਸਮਾਂ ਲੰਘਦਾ ਗਿਆ, ਸਤਿਗੁਰੂ ਨੇ ਉੱਥੇ ਕਈ ਤਰ੍ਹਾਂ ਦੀਆਂ ਖੇਡਾਂ ਵਰਤਾਈਆਂ। ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਵੱਲ ਤੋਰਿਆ ਜ਼ਾਲਮਾਂ ਨੂੰ ਸੋਧਾ ਲਾਉਣ ਵਾਸਤੇ। ਆਪ ਉੱਥੇ ਰਹਿ ਪਏ।
ਤੇ ਜਦੋਂ ਬੰਦਾ ਸਿੰਘ ਬਹਾਦਰ ਨੂੰ ਤੋਰਤਾ, ਜਿਹੜੇ ਕੁਛ ਸਿੱਖ ਸੀ ਨਾ ਗੁਰਮੁਖੋਂ, ਜਿਹੜੇ ਤਨਖਾਹ ਤੇ ਰੱਖੇ ਹੋਏ ਸੀ, ਉਹਨਾਂ ਨੇ ਉੱਥੇ ਜਾ ਕੇ ਰੌਲਾ ਪਾ ਲਿਆ। ਕਹਿੰਦੇ ਮਹਾਰਾਜ ਕਿੰਨਾ ਸਮਾਂ ਹੋ ਗਿਆ ਮਾਲਵੇ ਵੱਲੋਂ ਆਇਆ ਨੂੰ, ਬੰਦਾ ਸਿੰਘ ਬਹਾਦਰ ਨੂੰ ਤਾਂ ਤੁਸੀਂ ਤੋਰਤਾ ਪੰਜਾਬ ਵੱਲ, ਨਾਲ ਉਹਦੇ ਕੁਛ ਸਿੰਘ ਵੀ ਤੋਰਤੇ। ਉਹ ਤਾਂ ਆਪਣੇ ਘਰੋਂ ਘਰੀ ਜਾਣਗੇ, ਬਾਲ ਬੱਚਿਆਂ ਨੂੰ ਮਿਲਣਗੇ, ਸਾਡਾ ਵੀ ਜੀ ਕਰਦਾ ਪਰਿਵਾਰਾਂ ਨੂੰ ਮਿਲੀਏ, ਅਸੀਂ ਵੀ ਜਾਣਾ। ਮਹਾਰਾਜ ਕਹਿੰਦੇ ਭਾਈ ਤੁਹਾਡਾ ਜਾਣਾ ਹਜੇ ਠੀਕ ਨਹੀਂ। ਕਹਿੰਦੇ ਨਹੀਂ ਜੀ, ਸਾਨੂੰ ਵੀ ਕੁਛ ਮਾਇਆ ਦੇ ਦਿਓ, ਅਸੀਂ ਘਰ ਜਾਈਏ। ਸਤਿਗੁਰ ਕਹਿੰਦੇ ਨਵੇਂ ਥਾਂ ਆਏ ਆ, ਇੱਕ ਤਾਂ ਜਗ੍ਹਾ ਮੁੱਲ ਖਰੀਦਣੀ ਪੈ ਗਈ, ਟਿਕਾਣਾ ਬਣਾਉਣਾ ਪੈ ਗਿਆ, ਖਰਚ ਹੋ ਗਿਆ ਜ਼ਿਆਦੇ, ਸੰਗਤ ਆਈ ਨਹੀਂ, ਚੜਾਵਾ ਘੱਟ ਚੜਿਆ, ਤੁਸੀਂ ਕੁਛ ਟਾਈਮ ਰੁਕ ਜਾਓ, ਤੁਹਾਨੂੰ ਫੇਰ ਮਾਇਆ ਦੇ ਦਿਆਂਗੇ। ਕਹਿੰਦੇ ਨਹੀਂ ਜੀ ਜਾਣਾ, ਸਾਨੂੰ ਤਾਂ ਮਾਇਆ ਦੇ। ਉਸ ਵੇਲੇ ਜਦੋਂ ਸਿੱਖਾਂ ਨੇ ਜਿੱਦੀ ਕਰ ਲਈ, ਫਿਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨੇਤਰ ਕੀਤੇ ਬੰਦ। ਸਤਿਗੁਰ ਕਹਿੰਦੇ ਭਾਈ ਦਇਆ ਸਿੰਘ ਦੀ ਡਿਊਟੀ ਲਾਤੀ। ਕਹਿੰਦੇ ਦਇਆ ਸਿੰਘਾ ਹੁਣ ਜੇ ਇਹ ਨਹੀਂ ਮੰਨਦੇ, ਆਪਾਂ ਹੀ ਮੰਨ ਜੋ, ਆਖੋ ਸਤਨਾਮ। ਕਈ ਵਾਰੀ ਹੁੰਦਾ, ਤੁਹਾਨੂੰ ਵੀ ਬੇਨਤੀ ਹੈ, ਦੋ ਜਾਣੇ ਲੜਦੇ ਹੋਣ, ਜੇ ਇੱਕ ਨਾ ਮੰਨੇ ਆਪ ਚੁੱਪ ਕਰ ਜਾ ਕਰੋ ਗੁਰੂ, ਤੇ ਜੇ ਦੋਨੋਂ ਹੀ ਬਰਾਬਰ ਚੱਲੀ ਜਾਈਏ ਫਿਰ ਗੱਲ ਨਹੀਂ ਬਣਨੀ। ਮਹਾਰਾਜ ਕਹਿੰਦੇ ਦਇਆ ਸਿੰਘਾ ਜੇ ਇਹਨਾਂ ਨੇ ਜਿੱਦੀ ਕੀਤੀ ਹੈ ਮਾਇਆ ਲੈਣ ਦੀ, ਫਿਰ ਐਂ ਕਰ, ਇੱਥੇ ਜਾ ਜਿੱਥੇ ਹੁਣ ਗੁਰਦੁਆਰਾ ਨਾ ਮਾਲ ਟੇਕੜੀ ਸਾਹਿਬ, ਉਹ ਜਗ੍ਹਾ ਦੱਸੀ। ਪਾਤਸ਼ਾਹ ਕਹਿੰਦੇ ਮਾਲ ਟੇਕੜੀ ਸਾਹਿਬ ਦੇ ਪਾਵਨ ਸਥਾਨ ਤੇ ਜਾਓ, ਉੱਥੇ ਇੱਕ ਮੁਸਲਮਾਨ ਫਕੀਰ ਰਹਿੰਦਾ ਲੱਕੜ ਸ਼ਾਹ, ਉਸ ਜਗ੍ਹਾ ਦੀ ਸੇਵਾ ਸੰਭਾਲ ਕਰਦਾ ਹੈ। ਜਿੱਥੇ ਲੱਕੜ ਸ਼ਾਹ ਫਕੀਰ ਰਹਿੰਦਾ ਉੱਥੋਂ ਜਾ ਕੇ ਧਰਤੀ ਪੱਟੋ, ਤੁਹਾਨੂੰ ਗੁਰੂ ਨਾਨਕ ਦਾ ਗੁਪਤ ਖਜ਼ਾਨਾ ਮਿਲੂ, ਆਖੋ ਸਤਨਾਮ। ਸ੍ਰੀ ਵਾਹਿਗੁਰੂ। ਜਾਂਦੇ ਤਾਂ ਤੁਸੀਂ ਜ਼ਰੂਰੋਂ ਇਹਨਾਂ ਥਾਵਾਂ ਤੇ ਜਾ ਕੇ ਆਇਆ ਕਰੋ। ਕਈ ਵਾਰੀ ਇਤਿਹਾਸ ਦਾ ਪਤਾ ਨਹੀਂ ਹੁੰਦਾ, ਆਪਾਂ ਮੱਥਾ ਟੇਕ ਕੇ ਮੁੜ ਆਉਂਦੇ ਹਾਂ। ਉਦੋਂ ਗੁਰੂ ਗੋਬਿੰਦ ਸਿੰਘ ਨੇ ਦੱਸਿਆ, ਕਹਿੰਦੇ ਜਦੋਂ ਗੁਰੂ ਨਾਨਕ ਦੇ ਮਹਾਰਾਜ ਨਾਨਕ ਝੀਰੇ ਆਏ ਹੈ ਨਾ, ਨਾਨਕ ਝੀਰੇ ਬਿਦਰ ਤੋਂ ਹੁੰਦੇ ਹੋਏ ਗੁਰੂ ਨਾਨਕ ਸਾਹਿਬ ਇੱਥੇ ਆਏ ਸੀ ਹਜੂਰ ਸਾਹਿਬ, ਜਿੱਥੇ ਮਾਲ ਟੇਕੜੀ ਗੁਰਦੁਆਰਾ ਸਾਹਿਬ, ਉੱਥੇ ਗੁਰੂ ਨਾਨਕ ਸਾਹਿਬ ਦੇ ਚਰਨ ਪਏ ਹੋਏ ਨੇ। ਉਹਨਾਂ ਦਾ ਦੱਬਿਆ ਹੋਇਆ ਗੁਪਤ ਖਜ਼ਾਨਾ ਇੱਥੇ ਪਿਆ ਹੈ। ਲੱਕੜ ਸ਼ਾਹ ਫਕੀਰ ਨੂੰ ਕਹਿ ਕੇ ਉਹ ਖਜ਼ਾਨਾ ਲੱਭੋ। ਤੇ ਜਦੋਂ ਸਿੰਘਾਂ ਨੇ ਜਾ ਕੇ ਜਗ੍ਹਾ ਪੱਟੀ ਤਾਂ ਉੱਥੋਂ ਗੁਰਮੁਖੋ ਬਹੁਤ ਸਾਰੀਆਂ ਸੋਨੇ ਦੀਆਂ ਮੋਹਰਾਂ ਲੱਭੀਆਂ ਸੀ। ਦਇਆ ਸਿੰਘ ਵਰਗਿਆਂ ਨੇ ਲਿਆ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ 'ਚ ਭੇਟਾ ਕਰਤਾ। ਤੇ ਜਿਹੜਾ ਉੱਥੇ ਫਕੀਰ ਸੀ ਲੱਕੜ ਸ਼ਾਹ, ਉਹ ਵੀ ਸਤਿਗੁਰ ਦੇ ਦਰਸ਼ਨ ਕਰਨ ਆਇਆ। ਆ ਕੇ ਕਹਿੰਦਾ ਜੀ ਮੈਨੂੰ ਬਹੁਤ ਸਮੇਂ ਤੋਂ ਇਸ ਸਥਾਨ ਦੀ ਸੇਵਾ ਮਿਲੀ ਸੀ, ਮੈਂ ਇੱਥੇ ਹੁਣ ਤੱਕ ਝਾੜੂ ਲਾਉਂਦਾ ਰਿਹਾ, ਖਜ਼ਾਨੇ ਦੀ ਰਾਖੀ ਕੀਤੀ, ਹੁਣ ਕਿਰਪਾ ਕਰ ਦਿਓ ਮੈਨੂੰ ਵੀ ਦਰਗਾਹ ਜਾਣ ਦੀ ਆਗਿਆ ਦੇ ਦਿਓ। ਮੁਕਤੀ ਪਾ ਗਿਆ ਮਹਾਰਾਜ ਦੇ ਦਰਸ਼ਨ ਕਰਕੇ, ਬਾਅਦ ਚ ਸਰੀਰ ਛੱਡਿਆ। ਤੇ ਲੱਕੜ ਸ਼ਾਹ ਦਾ ਇੱਕ ਚੇਲਾ ਸੀ ਜਿਹਦਾ ਨਾਮ ਸੀ ਤਕਸੀਰ। ਉਹ ਕਹਿੰਦਾ ਸਤਿਗੁਰ ਹੁਣ ਤੱਕ ਅਸੀਂ ਗੁਰੂ ਨਾਨਕ ਦੀ ਕਿਰਪਾ ਨਾਲ ਇੱਥੋਂ ਖਜ਼ਾਨਾ ਵਰਤਦੇ ਰਹੇ। ਮਹਾਰਾਜ ਕਹਿੰਦੇ ਤੈਨੂੰ ਘਾਟਾ ਨਹੀਂ ਆਊਗਾ, ਇੱਥੇ ਸੇਵਾ ਕਰੀ। ਕਿਉਂਕਿ ਜਿਹੜੀ ਮਾਇਆ ਕੱਢ ਕੇ ਲਿਆਂਦੀ ਸੀ ਨਾ ਮਾਲ ਟੇਕੜੀ ਤੋਂ, ਜਿੰਨੀ ਜਿੰਦੀ ਬਣਦੀ ਸੀ ਤਨਖਾਹੀਆਂ ਨੂੰ ਤਨਖਾਹ ਦੇਤੀ। ਬਾਕੀ ਸਤਿਗੁਰ ਕਹਿੰਦੇ ਜਿੱਥੋਂ ਲਿਆਂਦਾ ਖਜ਼ਾਨਾ ਉੱਥੇ ਹੀ ਦੱਬਿਓ। ਆਉਣ ਵਾਲਾ ਸਮਾਂ ਆਊਗਾ, ਖਾਲਸਾ ਪੰਥ ਆਪੇ ਲੱਭ ਲੂ, ਆਖੋ ਸਤਨਾਮ। ਸ੍ਰੀ ਵਾਹਿਗੁਰੂ। ਬਾਕੀ ਮੱਚੀ ਮਾਇਆ ਮਾਲ ਟੇਕੜੀ ਦੇ ਸਥਾਨ ਤੇ ਦੱਬ ਕੇ ਸਤਿਗੁਰ ਨੇ ਉਹ ਲੱਕੜ ਸ਼ਾਹ ਫਕੀਰ ਦੇ ਚੇਲੇ ਤਕਸੀਰ ਦੀ ਡਿਊਟੀ ਲਾਤੀ। ਕਹਿੰਦੇ ਇੱਥੋਂ ਖਜ਼ਾਨਾ ਲੱਭਣ ਦੀ ਕੋਸ਼ਿਸ਼ ਨਾ ਕਰੀ, ਜੇ ਲੱਭੇਗਾ ਤੈਨੂੰ ਕੱਖ ਨਹੀਂ ਮਿਲਣਾ, ਇਹ ਗੁਰੂ ਕੀਆਂ ਵਸਤਾਂ ਨੇ। ਕਹਿੰਦਾ ਜੀ ਫਿਰ ਮੇਰਾ ਗੁਜ਼ਾਰਾ ਕਿਵੇਂ ਚੱਲੂ? ਸਤਿਗੁਰ ਕਹਿੰਦੇ ਝਾੜੂ ਦੇ ਹੀ ਚੱਲੀ। ਪਹਿਲਾਂ ਵੀ ਜਦੋਂ ਗੁਰੂ ਨਾਨਕ ਸਾਹਿਬ ਆਏ ਸੀ ਉਦੋਂ ਤੋਂ ਲਾ ਕੇ ਝਾੜੂ ਦਿੰਦੇ ਸੀ। ਜਦੋਂ ਝਾੜੂ ਲਾਉਂਦੇ ਤੇ ਇੱਕ ਮੋਹਰ ਮਿਲ ਜਾਂਦੀ ਸੀ, ਇਹ ਕਲਾ ਵਰਤੀ ਸੀ ਉੱਥੇ। ਹੁਣ ਵੀ ਸਤਿਗੁਰ ਕਹਿੰਦੇ ਤੁਸੀਂ ਇੱਥੇ ਸੇਵਾ ਕਰਦੇ ਰਹੋ। ਹੁਣ ਜਿਹੜਾ ਤੁਹਾਡੇ ਗੁਜ਼ਾਰੇ ਜੋਗੀ ਮਾਇਆ ਹੈ, ਗੁਰੂ ਨਾਨਕ ਦੀ ਸੰਗਤ ਆਇਆ ਕਰੂ, ਮੋਹਰ ਰੂਪ ਚ ਹੁਣ ਵੀ ਮਿਲਦੀ ਰਹੂ, ਆਖੋ ਸਤਨਾਮ। ਸ੍ਰੀ ਵਾਹਿਗੁਰੂ। ਹੁਣ ਸੰਗਤਾਂ ਜਾ ਜਾ ਕੇ ਚੜਾਵਾ ਚੜਾਉਂਦੀਆਂ। ਇਸ ਤਰ੍ਹਾਂ ਗੁਰਮੁਖ ਪਿਆਰਿਓ ਗੁਰਦੁਆਰਾ ਮਾਲ ਟੇਕੜੀ ਸਾਹਿਬ ਦੇ ਸਥਾਨ ਨੂੰ ਪ੍ਰਗਟ ਕੀਤਾ ਮਹਾਰਾਜ ਨੇ।
ਤੇ ਇੱਕ ਦਿਨ ਸਤਿਗੁਰ ਚਲਦੇ ਚਲਦੇ ਸੈਰ ਕਰਦੇ ਕਰਦੇ ਗੋਦਾਵਰੀ ਦੇ ਕੰਢੇ ਜਾ ਕੇ ਟਿਕ ਗਏ ਤੇ ਉੱਥੇ ਬਹਾਦਰ ਸ਼ਾਹ ਬਾਦਸ਼ਾਹ ਦਰਸ਼ਨ ਕਰਨ ਆਇਆ। ਭਾਈ ਦਇਆ ਸਿੰਘ ਨੂੰ ਪੁੱਛ ਲਿਆ ਵੀ ਅੱਜ ਮਹਾਰਾਜ ਖੁਸ਼ ਨੇ? ਕਹਿੰਦਾ ਹਾਂਜੀ। ਦਰਸ਼ਨ ਕਰਨ ਜਦੋਂ ਗਿਆ, ਬਹਾਦਰ ਸ਼ਾਹ ਕੋਲੇ ਇੱਕ ਬਹੁਤ ਕੀਮਤੀ ਹੀਰਾ ਸੀ। ਦੱਖਣ ਨੂੰ ਜਿੱਤ ਕੇ ਦੱਖਣ ਵਾਲੇ ਰਾਜੇ ਦੀ ਕਲੰਗੀ ਚੋਂ ਲਾਇਆ ਸੀ ਉਹ ਹੀਰਾ, ਆਮ ਨਹੀਂ ਸੀ ਗੁਰਮੁਖ। ਦੱਖਣ ਵਾਲੇ ਰਾਜੇ ਦੀ ਕਲੰਗੀ ਦਾ ਹੀਰਾ ਬਹੁਤ ਕੀਮਤੀ। ਉਹ ਬਾਦਸ਼ਾਹ ਬਹਾਦਰ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਨੂੰ ਜਾ ਕੇ ਮੱਥਾ ਟੇਕਤਾ। ਕਹਿੰਦਾ ਜੀ ਆ ਮੈਂ ਤੁਹਾਨੂੰ ਭੇਟਾ ਕਰਦਾ, ਖੁਸ਼ ਰਹੋ, ਕਿਰਪਾ ਰੱਖਿਓ। ਮਹਾਰਾਜ ਕਹਿੰਦੇ ਅਸੀਂ ਤਾਂ ਖੁਸ਼ ਹੀ ਆ, ਹੀਰਾ ਤਾਂ ਭੇਟਾ ਕਰਤਾ ਤੇ ਨਾਲ ਹੀ ਇੱਕ ਬੇਨਤੀ ਕਰਤੀ। ਕਹਿੰਦਾ ਜੀ ਮੈਂ ਤੁਹਾਥੋਂ ਮਾਫੀ ਮੰਗਦਾ। ਸਤਿਗੁਰ ਕਹਿੰਦੇ ਕਾਹਦੀ? ਕਹਿੰਦਾ ਜੀ ਮੈਂ ਤੁਹਾਡੇ ਨਾਲ ਵਚਨ ਕੀਤਾ ਸੀ ਵੀ ਤੁਸੀਂ ਮੇਰੇ ਨਾਲ ਦੱਖਣ ਵੱਲ ਚੱਲੋ, ਜਿਨ੍ਹਾਂ ਜਿਨ੍ਹਾਂ ਨੇ ਤੁਹਾਡੇ ਤੇ ਜ਼ੁਲਮ ਕੀਤਾ ਹੈ ਮੈਂ ਉਹਨਾਂ ਨੂੰ ਫੜ ਕੇ ਤੁਹਾਡੇ ਹਵਾਲੇ ਕਰੂੰ। ਪਰ ਹੁਣ ਮੈਂ ਨਵਾਂ ਰਾਜਾ ਬਣਿਆ, ਜੇ ਮੈਂ ਹੁਣ ਬਗਾਵਤ ਕਰੂੰਗਾ ਕਿਤੇ ਮੇਰਾ ਹੀ ਨਾ ਵਿਰੋਧ ਹੋ ਜੇ। ਇੱਥੇ ਮਾਰ ਖਾ ਗਿਆ। ਹਾਲਾਂਕਿ ਜੇ ਗੁਰੂ ਸਾਹਿਬ ਉਹਨੂੰ ਜਿਤਾ ਸਕਦੇ ਆ, ਦਿੱਲੀ ਜਾ ਕੇ ਆਪ ਤਿਲਕ ਲਾਇਆ ਸੀ, ਰਾਜ ਤਿਲਕ, ਤੇ ਹੁਣ ਕੌਣ ਸੀ ਹਰਾਉਣ ਵਾਲਾ? ਪਰ ਹਾਰਦੇ ਹੀ ਮਰਦੇ ਹੀ ਉਦੋਂ ਆ ਜਦੋਂ ਗੁਰੂ ਤੋਂ ਬੇਮੁਖ ਹੋ ਜੀਏ। ਆਖੋ ਸਤਨਾਮ ਵਾਹਿਗੁਰੂ। ਜਦੋਂ ਮਾਲਕ ਦੀ ਕਦਰ ਭੁੱਲ ਜੀਏ ਫਿਰ ਕੋਈ ਨਹੀਂ ਬਾਂਹ ਫੜਦਾ ਗੁਰਮੁਖੋ। ਕਹਿੰਦਾ ਜੀ ਗਲਤੀ ਹੋ ਗਈ, ਮਾਫੀ ਦੇ ਦਿਓ, ਹੁਣ ਮੈਂ ਤੁਹਾਡਾ ਉਹ ਵਚਨ ਪੂਰਾ ਨਹੀਂ ਕਰ ਸਕਦਾ। ਸਤਿਗੁਰ ਕਹਿੰਦੇ ਸਾਨੂੰ ਤੇਰੇ ਤੋਂ ਆਸ ਵੀ ਹੈ। ਇਹ ਗੱਲ ਹੋਈ ਤੇ ਗੱਲਾਂ ਬਾਤਾਂ ਕਰਦਿਆਂ ਕਰਦਿਆਂ ਜਿਹੜਾ ਹੀਰਾ ਸੀ ਨਾ, ਸਤਿਗੁਰ ਨੇ ਵਗਾ ਕੇ ਨਦੀ 'ਚ ਮਾਰਿਆ ਗਿਆ। ਬਾਦਸ਼ਾਹ ਨੂੰ ਤਾਂ ਇਹ ਹੋ ਗਿਆ ਵੀ ਖਬਰ ਨਹੀਂ, ਨਾਰਾਜ਼ ਹੋ ਗਏ, ਤਾਂ ਹੀਰਾ ਸਿੱਟਿਆ, ਰਿਹਾ ਨਾ ਗਿਆ। ਕਹਿੰਦਾ ਜੀ ਇੰਨਾ ਕੀਮਤੀ ਹੀਰਾ ਮੈਂ ਤਾਂ ਦੱਖਣ ਦੇ ਲੋਕਾਂ ਨਾਲ ਲੜ ਕੇ ਮਸਾਂ ਇਹ ਹੀਰਾ ਪ੍ਰਾਪਤ ਕੀਤਾ ਸੀ, ਤੁਸੀਂ ਐਂ ਨਦੀ 'ਚ ਵਗਾ ਮਾਰਿਆ। ਸਤਿਗੁਰ ਕਹਿੰਦੇ ਬਹਾਦਰ ਸ਼ਾਹ ਇਹ ਤਾਂ ਦੁਨਿਆਵੀ ਹੀਰਾ ਕਿਤੋਂ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ, ਪਰ ਸਾਡੇ ਹੀਰੇ ਤਾਂ ਸਾਡੇ ਸਿੱਖ ਸੇਵਕ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਿਹੜੇ ਹੀਰੇ ਦੀ ਗੱਲ ਕਰਦਾ? ਜੇ ਵਾਲਾ ਮੋਹ ਆਉਂਦਾ ਤਾਂ ਕੱਢ ਲੈ ਨਦੀ ਚੋਂ। ਜਦੋਂ ਬਹਾਦਰ ਸ਼ਾਹ ਨੇ ਨਦੀ ਵੱਲ ਦੇਖਿਆ, ਕਹਿੰਦੇ ਗੋਦਾਵਰੀ ਦੇ ਵਿੱਚ ਹੀਰੇ ਹੀ ਹੀਰੇ ਨਜ਼ਰ ਆਏ। ਉੱਥੇ ਗੁਰਦੁਆਰਾ ਹੀਰਾ ਘਾਟ ਬਣਿਆ। ਐਂ ਨਗੀਨਾ ਸਾਹਿਬ ਦਾ ਇਤਿਹਾਸ ਹੈ। ਉਹ ਵੀ ਉੱਥੋਂ ਦੇ ਬਣਜਾਰੇ ਸਿੱਖ ਨੇ ਨਾ, ਨਗੀਨਾ ਭੇਟ ਕੀਤਾ ਸੀ ਮੇਰੇ ਸਤਿਗੁਰ ਨੇ, ਉਹ ਵੀ ਵਗਾ ਕੇ ਗੋਦਾਵਰੀ 'ਚ ਮਾਰਿਆ ਸੀ। ਜਦੋਂ ਉਹਨੇ ਸ਼ੰਕਾ ਕੀਤਾ ਤੇ ਗੋਦਾਵਰੀ 'ਚ ਉਹਨੂੰ ਵੀ ਨਗੀਨੇ ਹੀ ਨਗੀਨੇ ਦਿਖੇ। ਉੱਥੇ ਗੁਰਦੁਆਰਾ ਨਗੀਨਾ ਘਾਟ ਹੈ। ਇਸ ਤਰ੍ਹਾਂ ਸਤਿਗੁਰ ਖੇਡਾਂ ਵਰਤਾਉਂਦੇ ਰਹੇ ਤੇ ਇੱਕ ਦਿਨ ਮਾਤਾ ਸਾਹਿਬ ਕੌਰ ਜੀ ਨੂੰ ਕਹਿੰਦੇ, ਸਾਹਿਬ ਕੌਰ ਹੁਣ ਮੂਹਰੇ ਸਮਾਂ ਭਿਆਨਕ, ਬਾਕੀ ਸਿੱਖਾਂ ਦੀਆਂ ਵੀ ਅੱਡੋ ਅੱਡੀ ਡਿਊਟੀਆਂ ਲਾਤੀਆਂ, ਅਸੀਂ ਜਾਣਾ ਸੱਚਖੰਡ, ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਦੇਤੀ। ਕਹਿੰਦੀ ਜੀ ਮੇਰੇ ਵਾਸਤੇ ਕੀ ਹੁਕਮ ਹੈ? ਮਾਤਾ ਸਾਹਿਬ ਕੌਰ ਜੀ ਕਹਿੰਦੇ ਸਤਿਗੁਰ ਕਹਿੰਦੇ ਤੇਰੇ ਵਾਸਤੇ ਇਹ ਹੁਕਮ ਹੈ ਕਿ ਸੁੰਦਰੀ ਜੀ ਦੇ ਕੋਲ ਤੁਸੀਂ ਦਿੱਲੀ ਚਲੇ ਜਾਓ। ਭਾਈ ਰਾਮ ਕੌਰ ਦੀ ਡਿਊਟੀ ਲਾਤੀ ਵੀ ਤੁਸੀਂ ਨਾਲ ਜਾਣਾ। ਉੱਥੇ ਫਿਰ ਮਾਤਾ ਸਾਹਿਬ ਕੌਰ ਜੀ ਬੈਰਾਗੀ ਮਨ ਦੇ ਨਾਲ ਬੇਨਤੀ ਕਰਦੇ ਆ, ਸੱਚੇ ਪਾਤਸ਼ਾਹ ਜਿਹੜੀ ਔਰਤ ਹੈ ਇਹਦੇ ਤਿੰਨ ਆਸਰੇ ਵੱਡੇ ਮੰਨੇ ਜਾਂਦੇ। ਮਾਪਿਆਂ ਦੇ ਘਰ 'ਚ ਪਿਤਾ ਦਾ ਆਸਰਾ, ਵਿਆਹੀ ਜਾਵੇ ਤਾਂ ਪਤੀ ਦਾ ਆਸਰਾ ਹੁੰਦਾ ਵੀ ਚੱਲ ਪਤੀ ਹੈਗਾ, ਤੇ ਪਤੀ ਵੀ ਨਾ ਹੋਵੇ ਪੁੱਤਰ ਹੋਵੇ ਤੇ ਦੁਨੀਆ ਕਹਿੰਦੀ ਆ ਵੀ ਚੱਲ ਕੋਈ ਨਹੀਂ ਹੋ ਗਿਆ ਪੁੱਤ ਜਵਾਨ। ਤੇ ਮੇਰੇ ਪਿਤਾ ਜੀ ਵੀ ਚਲਾਣਾ ਕਰ ਗਏ, ਪੇਟੋਂ ਮੇਰੇ ਕੋਈ ਪੁੱਤਰ ਧੀ ਪੈਦਾ ਨਹੀਂ ਹੋਇਆ, ਤੁਹਾਡਾ ਹੀ ਆਸਰਾ ਇੱਕ ਪਤੀ ਪਰਮੇਸ਼ਰ ਕਰਕੇ ਤੁਹਾਨੂੰ ਮੰਨਦੇ ਆ। ਤੇ ਮਹਾਰਾਜ ਹੁਣ ਤੁਸੀਂ ਕਹਿੰਦੇ ਹੋ ਦਿੱਲੀ ਚਲੀ ਜਾ, ਅਸੀਂ ਸੱਚਖੰਡ ਜਾਣਾ ਹੈ, ਤੇ ਮੇਰਾ ਆਸਰਾ ਕੌਣ ਹੈ? ਆਖੋ ਸਤਨਾਮ ਵਾਹਿਗੁਰੂ। ਕੋਈ ਪੁੱਤਰ ਹੁੰਦਾ ਮੈਂ ਉਹਦੇ ਆਸਰੇ ਸਮਾਂ ਲੰਘਾ ਲੈਂਦੀ। ਸਤਿਗੁਰ ਹੱਸ ਕੇ ਕਹਿੰਦੇ ਸਾਹਿਬ ਕੌਰ ਜੀ
ਆ ਖਾਲਸਾ ਪੰਥ ਤੇਰੀ ਝੋਲੀ ਪਾਇਆ, ਇਹ ਤੇਰੇ ਪੁੱਤਰ ਨੇ, ਆਖੋ ਸਤਨਾਮ। ਤਾਂ ਹੀ ਅੰਮ੍ਰਿਤ ਛਕਾਉਣ ਵੇਲੇ ਕਹਿੰਦੇ ਆ ਨਾ, ਤੁਹਾਡੇ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ। ਖਾਲਸੇ ਦੀ ਮਾਤਾ ਮਾਤਾ ਸਾਹਿਬ ਕੌਰ ਜੀ ਕਿਹਾ ਜਾਂਦਾ ਹੈ। ਤੁਹਾਡਾ ਨਗਰ ਹੈ ਸ੍ਰੀ ਅਨੰਦਪੁਰ ਸਾਹਿਬ, ਨਾਨਕੇ ਗੁਰੂ ਕੇ ਲਾਹੌਰ। ਸਾਹਿਬ ਕੌਰੇ ਤੇਰੇ ਪੁੱਤਰ ਸਾਹਿਬ ਕੌਰੇ, ਨਿਹੰਗ ਸਿੰਘ ਚੱਕਰ ਦਮਾਲਿਆਂ ਵਾਲੇ। ਤੇਰੇ ਪੁੱਤਰ ਸਾਹਿਬ ਕੌਰੇ, ਨਿਹੰਗ ਸਿੰਘ ਚੱਕਰ ਦਮਾਲਿਆਂ ਵਾਲੇ। ਤੇਰੇ ਪੁੱਤਰ ਸਾਹਿਬ ਕੌਰੇ, ਨਿਹੰਗ ਸਿੰਘ ਚੱਕਰ ਦਮਾਲਿਆਂ ਵਾਲੇ। ਤੇਰੇ ਪੁੱਤਰ ਸਾਹਿਬ ਕੌਰੇ, ਨਿਹੰਗ ਸਿੰਘ ਚੱਕਰ ਦਮਾਲਿਆਂ ਵਾਲੇ। ਤੇਰੇ ਪੁੱਤਰ ਸਾਹਿਬ ਕੌਰੇ, ਨਿਹੰਗ ਸਿੰਘ ਚੱਕਰ ਦਮਾਲਿਆਂ ਵਾਲੇ। ਤੇਰੇ ਪੁੱਤਰ ਸਾਹਿਬ ਕੌਰੇ, ਨਿਹੰਗ ਸਿੰਘ ਚੱਕਰ ਦਮਾਲਿਆਂ ਵਾਲੇ। ਕਹਿੰਦੇ ਖਾਲਸਾ ਪੰਥ ਤੇਰੀ ਝੋਲੀ ਪਾਇਆ, ਇਹ ਸਾਰੇ ਤੇਰੇ ਪੁੱਤਰ ਨੇ। ਕਹਿੰਦੀ ਮਹਾਰਾਜ ਮੰਨ ਲੈਨੇ ਆ, ਪਰ ਮੈਂ ਤਾਂ ਪਰਨ ਕੀਤਾ, ਜਿੰਨਾ ਚਿਰ ਤੁਹਾਡੇ ਦਰਸ਼ਨ ਨਾ ਕਰ ਲਵਾਂ ਅਨਜਲ ਮੂੰਹ ਨੂੰ ਨਹੀਂ ਲਾਉਂਦੇ। ਤੁਹਾਡੇ ਦਰਸ਼ਨ ਕਿਵੇਂ ਹੋਣਗੇ? ਸਤਿਗੁਰ ਜੀ ਨੇ ਕੁਝ ਸ਼ਸਤਰ ਦਿੱਤੇ ਸੀ ਗੁਰਮੁਖੋ। ਅੱਜ ਵੀ ਕਿਤੇ ਦਿੱਲੀ ਜਾਓ ਨਾ, ਮਾਤਾ ਸੁੰਦਰੀ ਜੀ ਦੀ ਯਾਦ ਵਿੱਚ ਉੱਥੇ ਗੁਰਦੁਆਰਾ ਬਣਿਆ, ਮਾਤਾ ਸੁੰਦਰ ਕੌਰ। ਉੱਥੇ ਮਾਤਾ ਸਾਹਿਬ ਕੌਰ ਜੀ ਵੀ ਰਹੇ ਤੇ ਉਸ ਗੁਰੂ ਘਰ 'ਚ ਉਹ ਸ਼ਸਤਰ ਹੁਣ ਵੀ ਰੱਖੇ ਹੋਏ। ਸਤਿਗੁਰ ਨੇ ਕੁਝ ਸ਼ਸਤਰ ਦਿੱਤੇ, ਕਹਿੰਦੇ ਇਹਨਾਂ ਸ਼ਸਤਰਾਂ ਦੀ ਪੂਜਾ ਕਰੀ, ਧੂਪ ਜੋਤ ਕਰੀ, ਇਹਨਾਂ ਵਿੱਚੋਂ ਤੈਨੂੰ ਮੇਰੇ ਦਰਸ਼ਨ ਹੋਇਆ ਕਰਨਗੇ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਆ ਜਿਹੜੀਆਂ ਸ੍ਰੀ ਸਾਹਿਬਾਂ ਅਸੀਂ ਪੌਣੀਆਂ ਭੁੱਲ ਗਏ, ਅੰਮ੍ਰਿਤ ਧਾਰੀ ਕਹੂ ਮੈਂ ਥੱਲੇ ਦੀ ਪਾਲਾਂ। ਚਲੋ ਜਿਨ੍ਹਾਂ ਨੂੰ ਕੋਈ ਕੰਮ ਧੰਦੇ ਦੀ ਮਜਬੂਰੀ ਹੈ ਵੀ ਚਲੋ ਸ਼ਸਤਰ ਦੀ ਬੇਅਦਬੀ ਨਾ ਹੋਵੇ, ਉਹਨਾਂ ਦਾ ਤਾਂ ਮੰਨਿਆ, ਕੋਈ ਗੁਨਾਹ ਨਹੀਂ। ਕੋਈ ਡਿਊਟੀ ਜਾਂਦਾ ਹੈ, ਜੌਬ ਦੀ ਪ੍ਰੋਬਲਮ ਹੈ, ਕੋਈ ਕੰਮ ਹੀ ਇਹ ਜਿਹਾ, ਮੰਨਿਆ। ਤੇ ਕਈ ਹੁੰਦੇ ਸੁਣਦੇ ਗੁਰੂ ਘਰਾਂ ਦੇ ਗ੍ਰੰਥੀ ਵੀ ਥੱਲੇ ਦੀ ਪਾਈ ਰੱਖਣਗੇ ਗੁਰੂ। ਇਹ ਕਿਹੜਾ ਕੋਈ ਲੁਕਾਉਣ ਵਾਲੀ ਚੀਜ਼ ਹੈ? ਐਡਾ ਮਾਣ ਮਹਾਰਾਜ ਨੇ ਦਿੱਤਾ, ਕਹਿੰਦੇ ਇਹਨਾਂ ਚੋਂ ਮੇਰੇ ਦਰਸ਼ਨ ਹੋਣਗੇ ਤੇ ਦੇਖ ਲਿਓ ਕਿਤੇ ਤੁਰੇ ਜਾਂਦੇ ਹੋਈਏ ਗਾਤਰਾ ਕਿਰਪਾਨ ਉੱਪਰ ਦੀ ਪਾਇਆ ਹੋਵੇ, ਮੱਲੋ ਮੱਲੀ ਹੱਥ ਜੁੜਦੇ ਆ। ਕਹਿੰਦੇ ਆ ਨਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਣੀ ਬਾਣਾ ਪੰਖ ਪਛਾਣੋ, ਸਿੰਘ ਗੁਰੂ ਕਾ ਪੰਛੀ ਜਾਣੋ। ਬਾਣਾ ਦਿੱਤਾ, ਵੱਖਰੀ ਪਹਿਚਾਣ ਦਿੱਤੀ, ਇਹਨੂੰ ਗਵਾਇਆ ਨਾ ਕਰੋ ਗੁਰੂ। ਕੇਸ ਦਾੜੀਆਂ ਦੀ ਕਦਰ ਕਰੋ, ਦੇਖਣ ਵਾਲਾ ਕਹਿੰਦਾ ਗੁਰੂ ਕੇ ਸਿੰਘ ਸਰਦਾਰ ਜਾਂਦੇ ਐ। ਇਹ ਸਤਿਗੁਰ ਨੇ ਸਤਕਾਰ ਦਿੱਤਾ, ਮਾਣ ਦਿੱਤਾ, ਕਦਰ ਬਰਕਰਾਰ ਰੱਖੀ ਹੈ। ਕਹਿੰਦੇ ਸਾਹਿਬ ਕੌਰ ਜੀ ਇਹਨਾਂ ਵਿੱਚੋਂ ਤੁਹਾਨੂੰ ਦਰਸ਼ਨ ਹੋਇਆ ਕਰਨਗੇ। ਤੇ ਇਹ ਵੀ ਯਾਦ ਰੱਖਿਓ, ਜਿੰਨਾ ਚਿਰ ਮਾਤਾ ਸਾਹਿਬ ਕੌਰ ਜੀ ਸਰੀਰ ਕਰਕੇ ਰਹੇ, ਜਦੋਂ ਸ਼ਸਤਰ ਰੱਖ ਕੇ ਧੂਪ ਜੋਤ ਕਰਦੇ ਸੀ ਨਾ, ਭਜਨ ਸ਼ੁਰੂ ਕਰਦੇ ਤੇ ਸਾਹਮਣੇ ਬੈਠੇ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਹੁੰਦੇ ਰਹੇ, ਕਿਤੇ ਨਹੀਂ ਗਏ ਮਹਾਰਾਜ। ਹੁਣ ਇਹ ਬਚਨ ਕੀਤਾ, ਤੈਨੂੰ ਦਰਸ਼ਨ ਹੋਇਆ ਕਰਨਗੇ ਸ਼ਸਤਰਾਂ ਚੋਂ। ਤੇ ਮਾਤਾ ਸਾਹਿਬ ਕੌਰ ਜੀ ਕਹਿੰਦੇ ਸਤਿਗੁਰ ਦਰਸ਼ਨ ਤਾਂ ਹੋ ਜਾਣਗੇ, ਜੇ ਕਿਤੇ ਮੇਰਾ ਜੀ ਕਰੇ ਮੈਂ ਤੁਹਾਡੇ ਨਾਲ ਗੱਲਾਂ ਕਰਨੀਆਂ। ਫੇਰ ਆ ਹੁਣ ਸਾਰਿਆਂ ਵਾਸਤੇ ਸਾਂਝੀ ਗੱਲ ਹੈ। ਸਤਿਗੁਰ ਕਹਿੰਦੇ ਹੁਣ ਸਰੀਰ ਕਰਕੇ ਤਾਂ ਨਹੀਂ ਮਿਲਿਆ ਜਾਣਾ, ਜੇ ਮੇਰੇ ਨਾਲ ਗੱਲ ਕਰਨੀ ਹੈ ਆਹ ਬਚਨ ਯਾਦ ਰੱਖੀ। ਸਾਡਾ ਸਰੀਰ ਗੁਰੂ ਪੰਥ ਵਿੱਚ, ਸਾਡੀ ਆਤਮਾ ਗੁਰੂ ਗ੍ਰੰਥ ਵਿੱਚ ਹੈ। ਆਖੋ ਸਤਨਾਮ ਵਾਹਿਗੁਰੂ। ਜੇ ਮੇਰੇ ਨਾਲ ਗੱਲਾਂ ਕਰਨੀ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਿਓ। ਜੇ ਪੜ੍ਹ ਨਹੀਂ ਸਕਦੇ ਤਾਂ ਸਤਿਗੁਰ ਦੇ ਕੋਲ ਬਹਿ ਕੇ ਗੁਰੂ ਗ੍ਰੰਥ ਸਾਹਿਬ ਦੇ ਬਚਨਾਂ ਨੂੰ ਸੁਣ ਲਿਓ, ਉਹ ਮੇਰੇ ਹੀ ਬੋਲ ਨੇ। ਆਖੋ ਸਤਨਾਮ ਵਾਹਿਗੁਰੂ। ਉਦੋਂ ਫਿਰ ਬਚਨ ਕਿਹਾ ਸੀ, ਹੁਣ ਦੇਹੀ ਦਾ ਮਿਲਾਪ ਨਹੀਂ ਹੋਣਾ, ਸ਼ਬਦਾਂ ਦੇ ਬੋਲ ਹੋਣਗੇ। ਹੁਣ ਦੇਹੀ ਦਾ ਮਿਲਾਪ ਨਹੀਂ ਹੋਣਾ, ਸ਼ਬਦਾਂ ਦੇ ਮੇਲ ਹੋਣਗੇ। ਹੁਣ ਦੇਹੀ ਦਾ ਮਿਲਾਪ ਨਹੀਂ ਹੋਣਾ, ਸ਼ਬਦਾਂ ਦੇ ਮੇਲ ਹੋਣਗੇ। ਹੁਣ ਦੇਹੀ ਦਾ ਮਿਲਾਪ ਨਹੀਂ ਹੋਣਾ, ਸ਼ਬਦਾਂ ਦੇ ਮੇਲ ਹੋਣਗੇ।
ਹੁਣ ਦੇਹੀ ਦਾ ਮਿਲਾਪ ਨਹੀਂਓ ਹੋਣਾ, 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 ਸ਼ਬਦਾਂ ਦੇ ਮੇਲ ਹੋਣਗੇ, ਹੁਣ ਦੇਹੀ ਦਾ ਮਿਲਾਪ ਨਹੀਂਓ ਹੋਣਾ, ਸ਼ਬਦਾਂ ਦੇ ਮੇਲ ਹੋਣਗੇ, ਹੁਣ ਦੇਹੀ ਦਾ ਮਿਲਾਪ ਨਹੀਂ ਹੋਣਾ, ਸ਼ਬਦਾਂ ਦੇ ਮੇਲ ਹੋਣਗੇ, ਹੁਣ ਦੇਹੀ ਦਾ ਮਿਲਾਪ ਨਹੀਂ ਹੋਣਾ, ਸ਼ਬਦਾਂ ਦੇ ਮੇਲ ਹੋਣਗੇ। ਇਸ ਤਰ੍ਹਾਂ ਬਚਨ ਆ ਸਾਹਿਬ ਕੌਰ ਜੀ ਨੂੰ ਕਰਕੇ ਸਤਿਗੁਰ ਜੀ ਨੇ ਫਿਰ ਦਿੱਲੀ ਵੱਲ ਤੋਰਿਆ ਸੀ। ਲਓ ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ, ਇੰਨੀ ਕੀ ਬੇਨਤੀ ਪ੍ਰਵਾਨ ਕਰ ਲਿਓ ਗੁਰਮੁਖ ਪਿਆਰਿਓ। ਇੱਕ ਤਾਂ ਗੁਰੂ ਗ੍ਰੰਥ ਸਾਹਿਬ ਦੇ ਪੁਜਾਰੀ ਬਣਨਾ, ਜਦੋਂ ਬਾਣੀ ਪੜ੍ਹਦੇ ਸੁਣਦੇ ਹੋ ਇੰਨੀ ਭਾਵਨਾ ਹੋਵੇ ਸਾਡੇ ਨਾਲ ਸਾਡੇ ਗੁਰੂ ਜੀ ਦੀ ਗੱਲ ਹੋ ਰਹੀ, ਜੋ ਵੀ ਕਹਿੰਦੇ ਨੇ ਉਹਨੂੰ ਅਦਬ ਸਤਿਕਾਰ ਨਾਲ ਮੰਨੀਏ। ਤੇ ਬਾਕੀ ਭਾਈ ਅੰਮ੍ਰਿਤ ਛਕੋ, ਸਿੰਘ ਸਜੋ, ਗੁਰੂ ਵਾਲੇ ਬਣੋ। ਦੁੱਖ ਸੁੱਖ ਤਾਂ ਸਰੀਰਾਂ ਤੇ ਆਉਂਦੇ ਹੀ ਰਹਿੰਦੇ ਆ, ਗੁਰੂਆਂ ਤੇ ਕਿਹੜਾ ਆਏ ਨਹੀਂ ਭਾਈ। ਧੰਨ ਮਾਤਾ ਗੁਜਰ ਕੌਰ ਜੀ, ਧੰਨ ਮਾਤਾ ਸੁੰਦਰ ਕੌਰ ਜੀ, ਧੰਨ ਮਾਤਾ ਸਾਹਿਬ ਕੌਰ ਜੀ, ਕਿਤੇ ਦੁੱਖ ਨਹੀਂ ਆਏ ਗੁਰਮੁਖੋ। ਬੱਚਿਆਂ ਦੀ ਸ਼ਹੀਦੀ ਹੋਣੀ, ਅੰਤਮ ਸਮੇਂ ਦਰਸ਼ਨ ਵੀ ਨਾ ਕਰ ਸਕਣਾ ਤੇ ਸੰਸਕਾਰ ਵੀ ਨਾ ਕਰ ਸਕਣਾ, ਐਸਾ ਪਰਿਵਾਰ ਸਰਸਾ ਤੋਂ ਵਿਛੜਿਆ, ਮੁੜ ਕੇ ਮੇਲ ਹੀ ਨਹੀਂ ਹੋਇਆ। ਆਖੋ ਸਤਨਾਮ। ਦੁਖਦਾਈ ਸਮਾਂ ਸੀ। ਗੁਰੂ ਗੋਬਿੰਦ ਸਿੰਘ ਤੇ ਦੁੱਖ ਨਹੀਂ ਆਏ। 72 ਘੰਟੇ ਮਾਛੀਵਾੜਾ ਸਾਹਿਬ ਪੀਣ ਨੂੰ ਪਾਣੀ ਵੀ ਨਾ ਮਿਲਿਆ, ਪੁੱਤਰਾਂ ਦੀਆਂ ਲੋਥਾਂ ਪਈਆਂ। ਹਾਲਾਂਕਿ ਦਇਆ ਸਿੰਘ ਕਹਿੰਦਾ ਸੀ ਆਪਾਂ ਚੱਕ ਕੇ ਲੈ ਚਲੀਏ, ਪਰ ਮਹਾਰਾਜ ਕਹਿੰਦੇ ਦੁੱਖ ਸੁੱਖ ਵਿੱਚ ਆਹ ਸਿੰਘ ਭਾਈਵਾਲ ਨੇ ਬਿਨਾਂ ਤਨਖਾਹਾਂ ਤੋਂ ਰਹੇ ਜੋ ਮੇਰੇ ਨਾਲ ਨੇ, ਜਿੰਨਾ ਚਿਰ ਇਹਨਾਂ ਦਾ ਹਿਸਾਬ ਨਹੀਂ ਮੁੱਕਦਾ, ਅਜੀਤ ਤੇ ਜੁਝਾਰ ਦੀ ਮੈਂ ਲੋਥ ਨਹੀਂ ਚੁੱਕਦਾ। ਆਪਣੇ ਫਰਜ਼ ਨਿਭਾਏ। ਇਸ ਕਰਕੇ ਸੰਸਾਰੀ ਆਪਾਂ ਦੁੱਖ ਸੁੱਖ ਚੰਗੇ ਮਾੜੇ ਸਮੇਂ ਆਉਂਦੇ ਰਹਿੰਦੇ ਨੇ। ਆਪਣਾ ਫਰਜ਼ ਹੈ ਮਾਲਕ ਦੇ ਗੁਣ ਗਾਉਣੇ, ਪਰਮੇਸ਼ਰ ਦੀ ਵਡਿਆਈ ਕਰਨੀ, ਗੁਣਾਂ 'ਚ ਵਾਧਾ ਕਰਨਾ। ਬਸ ਇੱਧਰ ਨੂੰ ਖਿਆਲ ਰੱਖਿਆ ਕਰੋ। ਜਿਵੇਂ ਅੱਜ ਆਪਾਂ 32 ਗੁਣ ਔਰਤ ਦੇ ਵਿੱਚ ਜਿਹੜੇ ਹੋਣੇ ਜ਼ਰੂਰੀ ਨੇ ਉਹਨਾਂ ਦੀ ਵਿਚਾਰ ਕੀਤੀ ਹੈ। ਜਿਹੜੇ ਪਹਿਲਾਂ ਦੇ ਬੈਠੇ ਉਹਨਾਂ ਨੂੰ ਧਿਆਨ 'ਚ ਆਉਣਾ। ਮਾਤਾ ਸਾਹਿਬ ਕੌਰ ਜੀ ਦੀ ਵਿਚਾਰ ਕੀਤੀ, ਗੁਰੂ ਗੋਬਿੰਦ ਸਿੰਘ ਜੀ ਦੇ ਕਿਵੇਂ ਉਹ ਸੱਚਖੰਡ ਸ੍ਰੀ ਹਜੂਰ ਸਾਹਿਬ ਨੂੰ ਭਾਗ ਲਾਏ, ਪੂਜਣ ਯੋਗ ਬਣਾਤਾ, ਮਾਤ ਲੋਕ ਵਿੱਚ ਹੀ ਸੱਚਖੰਡ ਬਣਾ ਕੇ ਦੇ ਗਏ। ਇਸ ਕਰਕੇ ਗੁਰੂ ਵਾਲੇ ਬਣੋ, ਸਿੰਘ ਸਜੋ, ਵਿਦਿਆ ਪੜ੍ਹੋ, ਖੇਤੀਬਾੜੀ ਦਾ ਕੰਮ ਹੈ ਉਹ ਵੀ ਵੱਧ ਚੜ ਕੇ ਕਰੋ। ਜਿਹੋ ਜਿਹਾ ਕੋਈ ਸਮਾਂ, ਮਹਾਰਾਜ ਕਹਿੰਦੇ ਨੇ ਕੁਦਰਤ ਕਰਕੇ ਵਸਿਆ ਸੋਏ ਵਕਤ ਵਿਚਾਰੇ ਸੋ ਬੰਦਾ ਹੋਏ। ਜਿਵੇਂ ਹੁਣ ਕਿਸਾਨਾਂ ਦਾ ਅੰਦੋਲਨ ਚੱਲਦਾ ਹੈ, ਅੰਨਦਾਤਾ ਜਿਹੜਾ ਸਾਰੇ ਸੰਸਾਰ ਨੂੰ ਅੰਨ ਦੇਣ ਵਾਲਾ ਕਿਸਾਨ, ਉਹਦੇ ਵਾਸਤੇ ਕਾਇਦੇ ਕਾਨੂੰਨ ਇਦਾਂ ਦੇ ਬਣ ਗਏ, ਦਿਨੋਂ ਦਿਨ ਮਾਰ ਹੀ ਪਈ ਜਾਂਦੀ ਹੈ। ਤੇ ਉੱਥੇ ਵੀ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਵੱਧ ਚੜ ਕੇ ਸਹਿਯੋਗ ਦੇਈਏ, ਕਿਉਂਕਿ ਗੁਰੂ ਗ੍ਰੰਥ ਤੇ ਗੁਰੂ ਪੰਥ ਇਹਨਾਂ ਦੀ ਖਾਤਰ ਮਰ ਮਿਟਣ ਵੇਲੇ ਵੀ ਸੰਕੋਚ ਨਹੀਂ ਕਰਨਾ। ਆਖੋ ਸਤਨਾਮ। ਵਾਹਿਗੁਰੂ। ਸੋ ਆਓ, ਮੈਨੂੰ ਸਮਾਂ ਇਜਾਜ਼ਤ ਨਹੀਂ ਦਿੰਦਾ, ਮੈਂ ਇੱਥੇ ਆਪਣੇ ਵਿਚਾਰਾਂ ਨੂੰ ਸੰਕੋਚਦਾ। ਕੋਈ ਭੁੱਲ ਕਰ ਗਿਆ ਹੂੰ ਮੈਂ ਇਤਿਹਾਸ ਵਿਚਾਰਦਾ ਤਾਂ ਮੈਂ ਆਪ ਜੀ ਤੋਂ ਮਾਫੀ ਮੰਗਦਾ। ਬਹੁਤ ਬਹੁਤ ਸਾਰੀ ਸੰਗਤ ਦਾ ਧੰਨਵਾਦ, ਪਿਆਰ ਸਤਿਕਾਰ ਦੇ ਨਾਲ ਬੈਠ ਕੇ ਤੁਸੀਂ ਸੁਣਿਆ। ਆਏ ਹੋਏ ਨਗਰ ਦੇ ਸੰਗਤ, ਪੰਚ ਸਰਪੰਚ, ਬਾਹਰੋਂ ਆਈ ਸੰਗਤ, ਸਭ ਨੂੰ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ। ਕੋਟਾਨ ਕੋਟ ਵਾਰ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਦੇ ਚਰਨਾਂ ਵਿੱਚ ਬੈਠਣ ਦਾ ਆਪਾਂ ਨੂੰ ਸਮਾਂ ਪ੍ਰਾਪਤ ਹੋਇਆ ਹੈ ਤੇ ਗੁਰੂ ਘਰ ਦੀਆਂ ਵਿਚਾਰਾਂ ਆਪ ਜੀ ਨੂੰ ਸੁਣਨ ਦਾ ਤੇ ਸਾਨੂੰ ਵਿਚਾਰ ਕਰਨ ਦਾ ਮਹਾਰਾਜ ਨੇ ਬਲ ਬਖਸ਼ਿਆ। ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ, ਗਿਆਨ ਵੇਲਾ ਕੀਤਾ ਨਹੀਂ ਜਾ ਰਿਹਾ, ਉਹਦੀ ਕਿਰਪਾ ਨਾਲ ਹੋ ਰਿਹਾ। ਆਪ ਜੀ ਨੇ ਪ੍ਰਵਾਨ ਕਰਨਾ, ਹੋਈ ਭੁੱਲ ਚੁੱਕ ਦੀ ਖਿਮਾ ਬਖਸ਼ਣੀ। ਅੱਜ ਗੁਰੂ ਵਾਹਿਗੁਰੂ 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 ਸੰਗਤ ਬੋਲੋ ਸਾਰੀ ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ 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 ਵਾਹਿਗੁਰੂ